सतनाम वाहिगुरु साहिब जी। फिरत फिरत प्रभ आया, परया तो सरनाए। नानक की प्रभ बेनती, अपनी भगति लाए। हम अंदुले अंध बिखै बिखराते, क्यों चल है गुर चाली। सतगुर दया करे सुख दाता, हम लावे अपन पाली। गुर सिख मीत चलो गुर चाली, जो गुर कहे सोई पल मानो। हर हर कथा निराली, मैं अंदुले की टेक, तेरा नाम खुंदकारा। मैं गरीब मैं मस्कीन, तेरा नाम है आधारा। बेसुमार अथाह अगनत तुलै, जो बुलावो त्यो नानक दास बोले। सतनाम वाहिगुरु साहिब जी। अतरं तरं तारणः, निरतहनं तन नाम नरहरः। अतरं तरं तारणः, निर्धनं तन नाम नरहरः। अनाथ नाथ गोविंदः, बलहीन बल केशवः। सर्वभूत दयाल अच्युत, दीन बांधव दामोदरः। सर्वज्ञ पूर्ण पुरख भगवानः, भगत वशल करुणामयः। घट घट बसंत वासुदेवः, पार ब्रह्म परमेश्वरः। जाचंत नानक कृपाल प्रसादं, नह बिसरंत नारायणः। जाचंत नानक कृपाल प्रसादं, नह बिसरंत नारायणः। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज, पतित पावन भगत वशल कृपा निध दया निध सतगुरु सतगुरु श्री गुरु ग्रंथ साहिब जी दीन दयाल पातशाह, तिन्हां दी अपार मेहरामत है, दया बख्शिश है, नदरे करम है, जो सतगुरु साहिब जी ने सानू सब नूं कृपा भरी नदर भरी मेहर करके नज़र करके
ਸਾਡੇ ਜੀਵਨ ਦੇ ਇਸ ਦਿਨ ਦੇ ਆਰੰਭ 'ਤੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਗੁਰਸਿੱਖਾਂ ਦੇ ਨਿਆਈ ਜੀਵਨ ਦੀ ਉੱਚਤਮ ਕਾਰ ਕਮਾਉਣ ਦਾ ਬਲ ਅਵਸਰ ਪ੍ਰਦਾਨ ਕੀਤਾ ਹੈ, ਨਿਵਾਜਿਸ਼ ਕੀਤੀ ਹੈ। ਸਤਿਗੁਰੂ ਸਾਹਿਬ ਜੀ ਦੀ ਮਿਹਰਾਮਤ ਨੂੰ ਅਸੀਂ ਸਾਰੇ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਸਰਵਣ ਕਰਕੇ ਗੁਰ ਸ਼ਬਦ ਵਿਚਾਰ ਨਾਲ ਆਪਣੇ ਮਤ ਮਨ ਬੁੱਧ ਨੂੰ ਇਕਸੁਰ ਕਰਕੇ ਗੁਰੂ ਮਿਹਰਾਮਤ ਨੂੰ ਮਾਨਣ ਦਾ ਪ੍ਰਾਪਤ ਕਰਨ ਦਾ ਯਤਨ ਕਰ ਰਹੇ ਹਾਂ। ਬੜੇ ਸੁਭਾਗਸ਼ਾਲੀ ਹਾਂ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ, ਗੁਰ ਸਿੱਖ ਮੀਤ ਚਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨਹੁ, ਹਰ ਹਰ ਕਥਾ ਨਿਰਾਲੀ। ਜੀਵਨ ਦੇ ਜੀਵਨ ਜਿਉਣਾ ਆਪਣੇ ਦੇ ਆਪ ਵਿੱਚ ਇੱਕ ਬੜੀ ਵੱਡੀ ਕਲਾ ਹੈ, ਪਰ ਸਤਿਗੁਰੂ ਦੀ ਬਾਣੀ ਨੇ ਸਾਨੂੰ ਸੁਚੇਤ ਕੀਤਾ ਹੈ, ਐਸੀ ਕਲਾ ਨਾ ਖੇਡੀ ਹੈ ਜਿਤ ਦਰਗਹ ਗਿਆ ਹਾਰੀਏ। ਅਤੇ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ, ਗੁਰ ਸਿੱਖ ਮੀਤ ਚਲਹੁ ਗੁਰ ਚਾਲੀ। ਮਨ ਬਹੁਤ ਕੁਝ ਕਹਿੰਦਾ ਹੈ, ਬੁੱਧੀ ਵੀ ਹਜ਼ਾਰਾਂ ਨਿਰਣੇ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰਦੀ ਹੈ। ਸਿਆਣਪ ਦੀ ਬਾਰੀਕੀ ਵੀ ਬੜੇ ਤਰ੍ਹਾਂ ਦੀਆਂ ਦਲੀਲਾਂ, ਬੜੇ ਤਰ੍ਹਾਂ ਦੇ ਪ੍ਰਮਾਣ ਸਾਡੇ ਸਾਹਮਣੇ ਹਾਜ਼ਰ ਕਰਦੀ ਹੈ। ਸਾਡਾ ਇਤਨੇ ਜੀਵਨ ਦਾ ਤਜਰਬਾ ਵੀ ਬੜਾ ਕੁਝ ਸਾਡੇ ਸਾਹਮਣੇ ਐਸਾ ਪੇਸ਼ ਕਰਦਾ ਹੈ, ਜਿਹਦੇ ਨਾਲ ਸਮਝਿਆ ਜਾਂਦਾ ਕਿ ਸ਼ਾਇਦ ਬਿਨਾਂ ਭਜਨ ਤੋਂ, ਬਿਨਾਂ ਬੰਦਗੀ ਦੇ ਨਿਯਮ ਤੋਂ, ਬਿਨਾਂ ਸਤਿਗੁਰੂ ਦੀ ਪ੍ਰੀਤ ਗ੍ਰਹਿਣ ਕੀਤਿਆਂ ਤੋਂ ਸ਼ਾਇਦ ਮਨੁੱਖ ਦੇ ਜੀਵਨ ਦਾ ਨਿਸਤਾਰਾ ਹੋ ਜਾਏ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਇਸ ਕਰਕੇ ਬੁੱਧੀ, ਸਿਆਣਪ, ਅਕਲ, ਸਮਝ, ਤਜਰਬੇ ਆਦਿਕ ਦੀਆਂ ਭਾਵੇਂ ਕਿਤਨੀਆਂ ਵੀ ਇਕੱਠ ਦਲੀਲਾਂ ਕਿਉਂ ਨਾ ਹੋਣ, ਤਾਂ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਫਰਮਾਇਆ, ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਕਿ ਇਸੇ ਪ੍ਰਕਾਰ ਕਿ ਗੁਰੂ ਸਾਹਿਬ ਜੀ ਫਰਮਾਉਂਦੇ, ਗੁਰ ਸਿੱਖ ਮੀਤ ਚਲਹੁ ਗੁਰ ਚਾਲੀ। ਔਰ ਗੁਰੂ ਨੇ ਜੋ ਜੀਵਨ ਦੀ ਚਾਲ ਦ੍ਰਿੜ ਕਰਾਈ ਹੈ, ਉਹਦੇ 'ਤੇ ਇੱਕ ਇੱਕ ਕਦਮ ਧਰਦੇ ਜਾਓ। ਔਰ ਉਹ ਕਦਮ ਧਰਿਆ ਕਿਵੇਂ ਜਾਏਗਾ? ਜਦੋਂ ਮਨੁੱਖ ਸਤ ਸੰਗਤ ਦੇ ਵਿੱਚ ਕਦਮ ਪੁੱਟਣ ਦੀ, ਕਦਮ ਨੂੰ ਧਰਨ ਦੀ ਸੂਝ ਗ੍ਰਹਿਣ ਕਰੇਗਾ। ਸੋ ਸਤ ਸੰਗਤ ਉਹ ਮਹਾਨ ਸਥਾਨ ਹੈ ਜਿੱਥੇ ਸਾਨੂੰ ਗੁਰਸਿੱਖੀ ਦੀ ਚਾਲ, ਗੁਰਸਿੱਖੀ ਦੇ ਗਾਖੜੀ ਮਾਰਗ 'ਤੇ ਆਪਣਾ ਸਫ਼ਰ ਆਰੰਭ ਕਰਨਾ, ਸਫ਼ਰ ਕਿਰਿਆਸ਼ੀਲ ਕਰਨ ਦੀ ਜੁਗਤ ਆਉਂਦੀ ਹੈ, ਜੀਵਨ ਜਾਚ ਮਿਲਦੀ ਹੈ। ਸਤਿਗੁਰੂ ਕਿਰਪਾ ਕਰਨ, ਐਸੇ ਮਨੋਭਾਵ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਦ੍ਰਿੜ ਰਹਿਣ ਜੀ। ਲੜੀਵਾਰ ਗੁਰ ਸ਼ਬਦ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਸ਼ਬਦ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਤਰੰ ਤਰੰ ਤਾਰਣః ਨਿਰਧਨੰ ਤਨ ਨਾਮ ਨਰਹਰః। ਧੰਨ ਸਤਿਗੁਰੂ ਗੁਰੂ ਤੇ ਅਰਜਨ ਦੇਵ ਸਾਹਿਬ ਜੀ, ਤਿਨਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਰਿਤ ਬਾਣੀ ਸ਼ਲੋਕ ਸਹਿਸਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਆਖਿਆ ਸਰਵਣ ਕਰ ਰਹੇ ਹੋ। ਸਤਿਗੁਰੂ ਸਾਹਿਬ ਜੀ ਲੜੀਵਾਰ ਬਾਣੀ ਦੇ ਅੰਤਰਗਤ ਕੱਲ੍ਹ ਵਾਲੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕੀਤੀ ਸੀ ਕਿ ਉਹ ਪਰਮੇਸ਼ਰ ਜਿਸ ਨੂੰ ਅਕਾਲ ਪੁਰਖ, ਅੰਤਰਜਾਮੀ, ਸਰਵ ਵਿਆਪਕ, ਸਿਰਜਣਹਾਰ, ਦਾਤਾਰ, ਪ੍ਰਤਪਾਲਕ, ਅਬਿਨਾਸ਼ੀ ਕਿਹਾ ਜਾਂਦਾ ਹੈ, ਉਸ ਦੀ ਹਸਤੀ ਦਾ ਭਾਵ, ਉਸ ਦਾ ਵਿਸ਼ਵਾਸ ਸਾਡੇ ਮਨਾਂ ਅੰਦਰ ਸਤਿਗੁਰੂ ਸਾਹਿਬ ਜੀ ਨੇ ਦ੍ਰਿੜ ਕਰਵਾਇਆ ਸੀ। ਬਖਸ਼ਿਸ਼ ਕੀਤੀ ਸੀ, ਪਾਸ਼ੰ ਕ੍ਰੋਧ ਅਗਰਣੀ ਵਹ, ਕਿ ਜੇ ਉਸ ਸਿਰਜਣਹਾਰ ਅਕਾਲ ਪੁਰਖ ਦੀ ਦਇਆ ਮਿਹਰਾਮਤ ਹੋ ਜਾਵੇ ਅਤੇ ਧਰਤੀ 'ਤੇ ਜਿਉਣ ਵਾਲੇ ਕੀੜਿਆਂ ਦੇ ਸਮਾਨ ਜਿਹੜੇ ਮਨੁੱਖ ਹਨ, ਕੀੜਿਆਂ ਦੇ ਸਮਾਨ ਜਿਹੜੀਆਂ ਹਸਤੀਆਂ ਹਨ, ਉਹਨਾਂ ਨੂੰ ਵੀ ਸੰਸਾਰ ਦੀ ਰਹਿਨੁਮਾਈ ਕਰਨ ਵਾਲਾ ਮਾਲਕ ਬਣਾ ਦਿੰਦਾ ਹੈ। ਅਤੇ ਇਸ ਕਰਕੇ ਗੁਰੂ ਸਾਹਿਬ ਜੀ ਫਿਰ ਬਖਸ਼ਿਸ਼ ਕੀਤੀ ਸੀ ਕਿ ਨਿਰਧਨ ਧਨਵਾਨ ਹੋ ਜਾਂਦੇ ਹਨ, ਰੋਗੀ ਤੰਦਰੁਸਤ ਹੋ ਜਾਂਦੇ ਹਨ, ਭਗਤਾਂ ਨੂੰ ਭਗਤੀ ਦਾਨ ਦੀ ਉੱਤਮ ਪ੍ਰਾਪਤੀ ਹੁੰਦੀ ਹੈ। ਪਰ ਇਹ ਸਾਰੀਆਂ ਦਾਤਾਂ ਕਿਹਦੇ ਉੱਪਰ ਆਧਾਰਿਤ ਹਨ? ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕਿੰਨਾ ਲੱਭਿਆ। ਤੇ
ਇਸ ਕਰਕੇ ਕੱਲ੍ਹ ਦੇ ਪਾਵਨ ਸ਼ਲੋਕ ਦੁਆਰਾ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਵਿਸ਼ਵਾਸ ਦ੍ਰਿੜ ਕਰਾਇਆ ਸੀ ਔਰ ਜੀਵਨ ਦਾ ਇੱਕ ਸੂਤਰ ਬਖਸ਼ਿਆ ਸੀ ਕਿ ਗੁਰੂ ਦਰ ਤੋਂ ਕੋਈ ਵੀ ਪ੍ਰਾਪਤੀ ਚਾਹੁੰਦੇ ਹਾਂ, ਗੁਰੂ ਦਰ ਤੋਂ ਵੀ ਕਿਸੇ ਪ੍ਰਕਾਰ ਦੀ ਕਾਮਨਾ ਦੀ ਸਫਲਤਾ ਚਾਹੁੰਦੇ ਹਾਂ, ਜਾਂ ਜੀਵਨ ਦੇ ਵਿੱਚ ਸੰਸਾਰਕ ਪ੍ਰਤਿਭਾ ਚਾਹੀਦੀ ਹੈ, ਸਰੀਰਕ ਤੌਰ 'ਤੇ ਤੰਦਰੁਸਤੀ ਚਾਹੀਦੀ ਹੈ, ਧਨ ਕਰਕੇ ਬੜੀ ਭਰਪੂਰਤਾ ਚਾਹੀਦੀ ਹੈ, ਤਾਂ ਜੀਵਨ ਦਾ ਇੱਕੋ ਇੱਕ ਪ੍ਰਮੁੱਖ ਕਰਮ ਬਣਾ ਲਓ ਕਿ ਆਪਣੀ ਸੇਵਾ ਦੀ ਕਾਰ ਨੂੰ ਵੱਡਿਆਂ ਕਰ ਲਵੋ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਗੁਰ ਸੇਵਾ ਕਿੰਨਾ ਲੱਭੇ। ਅਤੇ ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਕੱਲ੍ਹ ਦੇ ਸ਼ਲੋਕ ਦੁਆਰਾ ਸਾਨੂੰ ਇਹ ਭਾਵ ਦ੍ਰਿੜ ਕਰਵਾਏ ਸਨ। ਅੱਜ ਸਤਿਗੁਰੂ ਸਾਹਿਬ ਜੀ 21ਵੇਂ ਸ਼ਲੋਕ ਦੀ ਆਰੰਭਤਾ 'ਤੇ ਬਖਸ਼ਿਸ਼ ਕਰਦੇ ਹਨ। ਅਤਰੰ ਤਰੰ ਧਾਰਣః ਨਿਰਧਨੰ ਤਨ ਨਾਮ ਨਰ ਹਰਹ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਲੋਕ ਦੇ ਆਰੰਭ 'ਤੇ ਕੱਲ੍ਹ ਅਕਾਲ ਪੁਰਖ ਦੀ ਵਿਆਪਕ ਹਸਤੀ ਬਾਰੇ ਵਿਸ਼ਵਾਸ ਦ੍ਰਿੜ ਕਰਾਇਆ ਸੀ। ਅੱਜ ਬਖਸ਼ਿਸ਼ ਕਰਦੇ ਹਨ ਉਸ ਅਕਾਲ ਪੁਰਖ ਦੇ ਬਹੁਤ ਸਾਰੇ ਗੁਣਾਂ ਦਾ ਸਾਨੂੰ ਯਾਦ ਕਰਵਾਉਂਦੇ ਹਨ। ਹੁਣ ਸੰਸਾਰ ਦੇ ਵਿੱਚ ਅਸੀਂ ਸਮਾਜਿਕ ਤੌਰ 'ਤੇ ਸਾਰੇ ਵਿਚਰਦੇ ਹਾਂ, ਜਿੱਥੇ ਅਸੀਂ ਇਨਸਾਨਾਂ ਨੂੰ ਉਹਨਾਂ ਦੇ ਨਾਮ, ਉਹਨਾਂ ਦੇ ਨਗਰ, ਉਹਨਾਂ ਦੇ ਹੋਰ ਕਈ ਕਾਰਨਾਂ ਕਰਕੇ ਯਾਦ ਰੱਖਦੇ ਹਾਂ, ਉੱਥੇ ਅਸੀਂ ਗੁਣ ਕਰਕੇ ਵੀ ਉਹਨਾਂ ਇਨਸਾਨਾਂ ਨੂੰ ਯਾਦ ਰੱਖਦੇ ਹਾਂ ਕਿ ਫਲਾਣੇ ਸਮੇਂ 'ਤੇ ਮਿਲਣ ਵਾਲੇ ਵਿਅਕਤੀ ਦੇ ਅੰਦਰ ਐਸੇ ਗੁਣ ਸਨ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਿ ਹੁਣ ਜਿਸ ਅਕਾਲ ਪੁਰਖ ਬਾਰੇ ਆਪ ਜੀ ਨੇ ਇਹ ਸ਼ਰਵਣ ਕੀਤਾ ਹੈ ਕਿ ਉਹ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਉਹਦੇ ਕੁਝ ਗੁਣ ਸਰੂਪ ਮੂਰਤ ਵੀ ਤਾਂ ਸਾਡੇ ਅੰਦਰ ਵਸੀ ਹੋਵੇ, ਕਿਉਂਕਿ ਜਦੋਂ ਗੁਣ ਵਸੇ ਹੋਣਗੇ ਤਾਂ ਹੀ ਤਾਂ ਉਸ ਦੇ ਗੁਣਾਂ ਨੂੰ ਚੇਤੇ ਕਰਕੇ ਉਹਦੇ ਨਾਲ ਸਾਂਝ ਪਾ ਸਕਾਂਗੇ। ਜਿਵੇਂ ਵੈਦ ਦੇ ਪਾਸ ਹਿਕਮਤ ਦਾ ਗੁਣ ਹੈ ਕਿ ਉਦੋਂ ਜਦੋਂ ਸਾਨੂੰ ਰੋਗ ਦੀ ਵਿਥਿਆ ਉਪਜਦੀ ਹੈ ਤਾਂ ਤੁਹਾਨੂੰ ਤਤਸ਼ਨ ਯਾਦ ਆਉਂਦਾ ਕਿ ਵੈਦ ਦੇ ਪਾਸ ਰੋਗ ਨੂੰ ਠੀਕ ਕਰਨ ਦਾ ਗੁਣ ਹੈ ਅਤੇ ਅਸੀਂ ਉਹਦੇ ਕੋਲ ਜਾਂਦੇ ਹਾਂ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਦੇ ਕੁਝ ਵਿਸ਼ੇਸ਼ ਗੁਣ, ਭਾਵੇਂ ਕਿ ਉਹ ਗੁਣਾਂ ਦਾ ਭੰਡਾਰ ਹੈ, ਪਰ ਕੁਝ ਗੁਣ ਜਗਿਆਸੂ ਦੀ ਸੁਰਤ ਅੰਦਰ ਜਾਗਰਿਤ ਹੋਣੇ ਚਾਹੀਦੇ ਹਨ ਤਾਂ ਕਿ ਜਦੋਂ ਸਿਮਰਨ ਅਵਸਥਾ ਦੇ ਵਿੱਚ ਬੈਠੇ ਤਾਂ ਉਸ ਨੂੰ ਉਹਦੇ ਗੁਣਾਂ ਦਾ ਚਿੰਤਨ ਕਰਨਾ, ਆਰਾਧਨਾ ਕਰਨੀ ਆ ਜਾਵੇ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਅਤਰੰ, ਭਾਵ ਕਿ ਉਸ ਪਰਮੇਸ਼ਰ ਨੂੰ ਧਰਨ ਵਾਲਾ ਕੋਈ ਨਹੀਂ ਹੈ, ਉਹ ਆਪਣਾ ਆਧਾਰ ਆਪ ਹੈ। ਮੂਲ ਮੰਤਰ ਦੇ ਉਪਦੇਸ਼ ਦੁਆਰਾ ਅਸੀਂ ਦ੍ਰਿੜ ਕਰਦੇ ਹਾਂ ਸੈ ਭੰ, ਭਾਵ ਕਿ ਉਹ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ। ਜਿਵੇਂ ਸੰਸਾਰ ਦੇ ਵਿੱਚ ਮਨੁੱਖਾਂ ਦੀ ਉਤਪਤੀ ਹੁੰਦੀ ਹੈ, ਮਾਤਾ ਪਿਤਾ ਵਸੀਲਾ ਬਣਦੇ ਨੇ, ਜਾਂ ਸੰਸਾਰ ਦੀ ਕੋਈ ਵੀ ਰਚਨਾ ਹੈ ਉਹ ਦੂਜੇ ਦੁਆਰਾ ਹੋਂਦ ਵਿੱਚ ਆਉਂਦੀ। ਇੱਕ ਬੁੱਤ ਘੜਨਾ ਹੈ, ਮਿੱਟੀ ਚਾਹੀਦੀ ਹੈ, ਬੁੱਤ ਘੜਨ ਵਾਲਾ ਵੱਖਰਾ ਚਾਹੀਦਾ। ਇਸ ਕਰਕੇ ਬੁੱਤ ਆਪਣੇ ਆਪ ਨਹੀਂ ਬਣ ਸਕਦਾ। ਇਸੇ ਪ੍ਰਕਾਰ ਫਲ ਫੁੱਲ ਇਸ ਤਰ੍ਹਾਂ ਕੁਝ ਪੈਦਾ ਹੁੰਦਾ ਹੈ, ਇਹ ਆਪਣੇ ਆਪ ਨਹੀਂ ਅੰਕੁਰਿਤ ਹੋ ਜਾਂਦੇ। ਘੱਟੋ ਘੱਟ ਮਨੁੱਖ ਇਹਨਾਂ ਨੂੰ ਜ਼ਮੀਨ ਦੇ ਵਿੱਚ ਬੀਜਦਾ ਹੈ। ਤਾਂ ਗੁਰੂ ਸਾਹਿਬ ਜੀ ਪਰਮੇਸ਼ਰ ਦਾ ਪਹਿਲਾ ਗੁਣ ਵਿਸ਼ੇਸ਼ਣ ਸਾਡੇ ਸਾਹਮਣੇ ਰੱਖਦੇ ਹਨ ਅਤਰੰ, ਭਾਵ ਕਿ ਉਸ ਨੂੰ ਧਾਰਨ ਕਰਨ ਵਾਲਾ ਕੋਈ ਨਹੀਂ ਹੈ। ਜਿਸ ਹਸਤੀ ਕਰ ਜਿਸ ਨੂੰ ਅਸੀਂ ਆਰਾਧਦੇ ਹਾਂ ਉਸ ਨੂੰ ਕੋਈ ਆਧਾਰ ਦੇਣਾ ਵਾਲਾ ਨਹੀਂ, ਉਹ ਆਪਣੇ ਆਪ ਦੇ ਵਿੱਚ ਆਧਾਰ ਪੂਰਨ। ਅੱਗੇ ਫਰਮਾਉਂਦੇ ਹਨ ਤਰੰਗ, ਉਹ ਆਧਾਰ ਰਹਿਤ ਪਰਮੇਸ਼ਰ ਸਾਰਿਆਂ ਨੂੰ ਧਾਰਨ ਕਰਦਾ ਹੈ। ਆਪ ਉਹ ਆਧਾਰ ਰਹਿਤ ਹੈ ਪਰ ਉਹਦੇ ਆਧਾਰ ਕਰਕੇ ਹੀ ਧਾਰਨ ਹੈ, ਅਤੇ ਸਾਰੇ ਸੰਸਾਰ ਦੇ ਜੀਵ ਉਹਦੇ ਹੀ ਧਾਰੇ ਹੋਏ ਹਨ। ਧਾਰੇ ਹੋਣ ਦਾ ਭਾਵ ਹੈ ਜਿਵੇਂ ਅਸੀਂ ਬੈਠੇ ਹੋਏ ਹਾਂ ਗੁਰੂ ਘਰ ਦੇ ਵਿੱਚ, ਤਾਂ ਇਹਦਾ ਆਧਾਰ ਕੀ ਹੈ ਕਿ ਅਸੀਂ ਜ਼ਮੀਨ ਉੱਪਰ ਬੈਠੇ ਹੋਏ ਹਾਂ। ਤਾਂ ਇਸੇ ਪ੍ਰਕਾਰ ਜਦੋਂ ਮਨੁੱਖ ਆਪਣੀ ਜ਼ਿੰਦਗੀ ਦੇ ਆਧਾਰ ਦੀ ਵਿਚਾਰ ਕਰੇਗਾ ਤਾਂ ਉਹ ਸ਼ੁਰੂਆਤੀ ਤੌਰ 'ਤੇ ਕਹੇਗਾ ਕਿ ਪਰਿਵਾਰ ਪਦਾਰਥ ਮੇਰਾ ਆਧਾਰ ਨੇ। ਫਿਰ ਜਦੋਂ ਬਾਰੀਕ ਹੁੰਦਾ ਜਾਏਗਾ, ਉਹਦੀ ਸੁਰਤ ਉਚਾਈ 'ਤੇ ਜਾਂਦੀ ਜਾਏਗੀ, ਫਿਰ ਉਹਨੂੰ ਅੰਤਮ ਦੇ ਵਿੱਚ ਲੱਗੇਗਾ ਕਿ ਜਿਹੜੀ ਆਤਮ ਜੋਤ, ਜੋ ਆਤਮਾ ਸਾਰੀ ਜ਼ਿੰਦਗੀ ਮੇਰੇ ਜੀਵਨ ਦੇ ਵਿੱਚ ਵਿਚਰਦੀ ਹੈ, ਪਰਮੇਸ਼ਰ ਦੀ ਜੋਤ ਰੂਪ, ਇਹੀ ਮੇਰੇ ਜੀਵਨ ਦਾ ਆਧਾਰ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਧਾਰਨ ਹੈ। ਅਤੇ ਇਹ ਸਾਰਾ ਜਗਤ ਉਦੋਂ ਹੀ ਧਾਰਿਆ ਜਾਂਦਾ, ਹੋਂਦ ਵਿੱਚ ਆਉਂਦਾ ਹੈ, ਜਦੋਂ ਪਰਮੇਸ਼ਰ ਇਹਦੇ ਅੰਦਰ ਆਪਣੀ ਜੋਤ ਸੱਤਿਆ ਟਿਕਾ ਦਿੰਦਾ ਹੈ। ਹੁਣ ਦੂਜੇ ਪਾਸੇ ਗੁਰੂ ਸਾਹਿਬ ਜੀ ਬਖਸ਼ਿਸ਼ ਫਰਮਾਉਂਦੇ ਅਤਰੰਗ ਤਰੰਗ ਧਾਰਨ ਹੈ, ਕਿ ਜੇ ਇਸ ਆਕਾਸ਼ ਨੂੰ ਦੇਖੀਏ ਕਿ ਐਡਾ ਵੱਡਾ ਆਕਾਸ਼ ਹੈ, ਇਸ ਨੂੰ ਆਧਾਰ ਦੇਣ ਲਈ ਕੋਈ ਥੰਮ ਆਦਿਕ ਨਹੀਂ ਦਿੱਤਾ ਗਿਆ। ਗੁਰਬਾਣੀ 'ਚ ਪਾਵਨ ਵਾਕਿਆ ਬਿਨ ਥੰਮਾ ਗਗਨ ਰਹਾਇਆ, ਕਿ ਉਹ ਐਸਾ ਆਧਾਰ ਹੈ ਤੇ ਪਰਮੇਸ਼ਰ ਹੈ ਕਿ ਇਤਨੀ ਵੱਡੀ ਰਚਨਾ ਸਾਜ ਦਿੰਦਾ ਹੈ, ਭਾਵ ਕਿ ਆਕਾਸ਼
ਜਿਹੜਾ ਸਗਲ ਬ੍ਰਹਿਮੰਡ ਉੱਪਰ ਪਸਰਿਆ ਹੋਇਆ ਹੈ ਉਸ ਨੂੰ ਟਿਕਾਉਣ ਦੇ ਲਈ, ਖੜਾ ਰੱਖਣ ਦੇ ਲਈ ਕੋਈ ਆਧਾਰ ਉਸਨੇ ਖੜਾ ਨਹੀਂ ਕੀਤਾ। ਇਸ ਕਰਕੇ ਕੇਵਲ ਉਹਨੇ ਆਪਣੀ ਸੱਤਿਆ ਰੂਪ ਆਧਾਰ ਖੜਾ ਕੀਤਾ ਹੋਇਆ ਹੈ, ਜਿਹਦੇ ਕਰਕੇ ਸਾਰਾ ਜਗਤ ਟਿਕਿਆ ਹੋਇਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਤਰੰਗ ਤਰੰਗ ਧਾਰਨ ਹੈ, ਭਾਵ ਕਿ ਸਾਰੇ ਜੀਵ ਤਾਂ ਬੋਲਦੇ ਨੇ, ਤਾਂ ਸੁਣਦੇ ਨੇ, ਤਾਂ ਇਹਨਾਂ ਦਾ ਜੀਵਨ ਚੱਲ ਰਿਹਾ ਹੈ ਜੇ ਇਹਨਾਂ ਦੇ ਅੰਦਰ ਪਰਮੇਸ਼ਰ ਦੀ ਸੱਤਾ ਟਿਕੀ ਹੋਈ ਹੈ। ਹੁਣ ਸੱਤਾ ਦਾ ਗੁਣ ਕਿਵੇਂ ਪ੍ਰਗਟ ਹੋਵੇ? ਇਸ ਪਰਮੇਸ਼ਰੀ ਸੱਤਿਅਤਾ ਕੀ ਹੁੰਦੀ ਹੈ? ਗੁਰਬਾਣੀ 'ਚ ਇੱਕ ਵਾਕ ਹੈ, ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮਹਿ ਕੀਆ। ਭਾਵ ਕਿ ਹੁਣ ਕੋਈ ਮਨੁੱਖ ਆਖੇਗਾ ਕਿ ਇਸ ਦੁੱਧ ਦੇ ਵਿੱਚ ਘਿਓ ਹੈ, ਇੱਕ ਅਣਜਾਣ ਕਹੇਗਾ ਕਿ ਇਹ ਕੇਵਲ ਦੁੱਧ ਹੈ, ਪਰ ਜਿਹੜਾ ਤੱਤ ਨੂੰ ਚੀਨਣ ਵਾਲਾ ਹੈ ਉਹ ਕਹੇਗਾ ਕਿ ਆਖਰੀ ਇਹ ਤੱਤ ਇਹਦਾ ਦੇਸੀ ਘਿਓ ਹੈ। ਪਰ ਗੱਲ ਕੀ ਹੈ ਕਿ ਇਹਨੂੰ ਰਿੜਕਣਾ ਪਏਗਾ, ਹੋਰ ਸਾਰੇ ਯਤਨ ਕਰਕੇ ਫਿਰ ਇਹਦੇ ਵਿੱਚੋਂ ਇਹ ਤੱਤ ਪ੍ਰਾਪਤ ਕਰਨਾ ਪਏਗਾ। ਜਿਹੜੀ ਆਮ ਕਰਕੇ ਮੱਤ ਹੁੰਦੀ ਹੈ ਉਹਦੇ ਤੱਤ ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੀ ਜ਼ਿੰਦਗੀ ਦਾ ਆਧਾਰ ਆਤਮ ਜੋਤ ਪਰਮੇਸ਼ਰ ਦੀ ਸੱਤਿਅਤਾ ਹੈ। ਪਰ ਜਦੋਂ ਅਸੀਂ ਗੁਰੂ ਸ਼ਬਦ ਦੁਆਰਾ ਰੋਜ਼ਾਨਾ ਆਪਣੇ ਅੰਦਰੂਨ ਦੀ ਖੋਜ ਕਰਦੇ ਹਾਂ ਤਾਂ ਫਿਰ ਉਹਨੂੰ ਸਮਝਣ ਦੇ ਵਿੱਚ ਗੱਲ ਆਉਣ ਲੱਗ ਪੈਂਦੀ ਹੈ ਕਿ ਅਸਲ 'ਚੋਂ ਰੱਬੀ ਜੋਤ ਹੈ, ਜਿਹਦਾ ਕੋਈ ਆਕਾਰ ਰੂਪ ਰੰਗ ਨਹੀਂ ਹੈ, ਉਹੀ ਇਸ ਦੇਹ ਵਿੱਚ ਵਿਚਰ ਰਹੀ ਹੈ, ਤਾਂ ਕਰਕੇ ਸਾਰਾ ਜੀਵਨ ਚੱਲ ਰਿਹਾ। ਅਤੇ ਫਿਰ ਉਹ ਗੁਰਸਿੱਖ ਆਪਣੇ ਜੀਵਨ ਦਾ ਆਧਾਰ ਪਰਮੇਸ਼ਰ ਦੀ ਉਸ ਜੋਤ ਨੂੰ ਮੰਨਦੇ ਹਨ। ਗੁਰੂ ਸਾਹਿਬ ਜੀ ਨੇ ਪਹਿਲਾ ਗੁਣ ਦ੍ਰਿੜ ਕਰਵਾਇਆ ਕਿ ਸਾਰੇ ਜੀਵਾਂ ਅੰਦਰ ਉਹਦੀ ਸੱਤਿਅਤਾ ਵਿਚਰਦੀ ਹੈ। ਜਿਵੇਂ ਦੁੱਧ ਦੇ ਅੰਦਰ ਘਿਓ ਹੈ, ਸਗਲ ਦੂਧ ਮੈਂ ਕੀਆ, ਇਸੇ ਪ੍ਰਕਾਰ ਹਰੇਕ ਲੱਕੜ ਦੇ ਵਿੱਚ ਅੱਗ ਵੀ ਪਈ ਹੋਈ ਹੈ, ਤਾਂ ਕਰਕੇ ਜਦੋਂ ਜਲਾਈ ਜਾਂਦੀ ਹੈ ਤਾਂ ਅੱਗ ਆਪਣੇ ਆਪ ਦਗਧ ਹੋ ਜਾਂਦੀ ਹੈ। ਉਂਝ ਦੇਖੀਏ ਕਿ ਲੱਕੜ ਦਾ ਹਿੱਸਾ ਬਹੁਤ ਵੱਡਾ ਹੁੰਦਾ ਹੈ, ਪਰ ਕੇਵਲ ਚੰਗਿਆਰੀ ਮਾਤਰ ਉਹਨੂੰ ਸੁਹਾਈਏ, ਬਾਕੀ ਸਾਰੀ ਬਲ ਉੱਠਦੀ ਹੈ। ਇਹਦਾ ਮਤਲਬ ਉਸ ਕਾਸਟ ਦੇ ਅੰਦਰ ਪਹਿਲਾਂ ਹੀ ਅਗਨ ਵਿਦਮਾਨ ਹੈ, ਜਿਹੜੀ ਪਰਮੇਸ਼ਰ ਨੇ ਸ਼ਾਂਤ ਰੂਪ ਦੇ ਵਿੱਚ ਟਿਕਾ ਕੇ ਰੱਖੀ ਹੋਈ ਹੈ। ਹੁਣ ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਅਤਰੰਗ ਤਰੰਗ ਧਾਰਨ ਹੈ। ਇਸ ਗੱਲ ਤੋਂ ਅਸੀਂ ਸਾਰੇ ਜਾਣੂ ਹਾਂ ਕਿ ਧਰਤੀ ਦੇ ਹੇਠਾਂ ਪਾਣੀ ਹੀ ਪਾਣੀ ਹੈ, ਭਾਵ ਕਿ ਪਾਤਾਲ ਲੋਕ ਹੈ। ਉਂਝ ਬਾਲਟੀ ਦੇ ਵਿੱਚ ਪਾਣੀ ਪਾਇਆ ਹੋਵੇ, ਉਹਦੇ ਉੱਪਰ ਓਨੀ ਹੀ ਮਿੱਟੀ ਪਾ ਦਈਏ ਅਤੇ ਜਿਹੜਾ ਪਾਣੀ ਹੈ ਉਹ ਮਿੱਟੀ ਨੂੰ ਜਜ਼ਬ ਕਰ ਲਏਗਾ, ਠਹਿਰ ਨਹੀਂ ਸਕੇਗਾ। ਪਰ ਪਰਮੇਸ਼ਰ ਦੀ ਅਚਰਜ ਲੀਲਾ ਦੇਖੋ ਕਿ ਹੇਠਾਂ ਇਤਨਾ ਅਨੰਤ ਜਲ ਦਾ ਪਸਾਰਾ ਹੈ, ਉੱਪਰ ਇਹ ਮਿੱਟੀ ਰੂਪ ਸੱਤਾ ਜਿਹੜੀ ਤਹਿ ਟਿਕਾ ਕੇ ਅਤੇ ਸ੍ਰਿਸ਼ਟੀ ਦਾ ਨਿਰਮਾਣ ਕੀਤਾ ਹੋਇਆ। ਗੁਰੂ ਸਾਹਿਬ ਜੀ ਕਹਿੰਦੇ ਅਤਰੰਗ ਤਰੰਗ ਧਾਰਨ। ਇਸ ਪ੍ਰਕਾਰ ਪਰਮੇਸ਼ਰ ਸਾਰੇ ਜਗਤ ਨੂੰ ਧਾਰਨ ਕਰਦਾ ਹੈ ਆਪਣੀ ਸੱਤਿਆ ਦੁਆਰਾ। ਨਿਰਧਨੰ ਤਨ ਨਾਮ ਨਰ ਹਰਿ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਨਿਰਧਨੰ, ਜਿਨ੍ਹਾਂ ਦੇ ਪਾਸ ਜੀਵਨ ਦੀ ਕੋਈ ਧਨਤਾ ਨਹੀਂ ਹੈ। ਹੁਣ ਧਨ ਦਾ ਭਾਵ ਹੁੰਦਾ ਹੈ ਹੋਣਾ। ਹੁਣ ਇਸੇ ਪ੍ਰਕਾਰ ਅਸੀਂ ਜਿਵੇਂ ਆਖਦੇ ਹਾਂ ਧਨਵਾਨ, ਕੁਲਵਾਨ, ਇੱਜ਼ਤਵਾਨ, ਪ੍ਰਤਿਭਾਵਾਨ, ਇਸ ਪ੍ਰਕਾਰ ਬੜੇ ਸ਼ਬਦਾਂ ਦੇ ਨਾਲ ਵਾਨ ਵਰਤਦੇ ਹਾਂ। ਤਾਂ ਉਹਦਾ ਭਾਵ ਹੈ ਕਿ ਇਸ ਚੀਜ਼ ਦੀ ਇਹਦੇ ਪਾਸ ਸਮਰੱਥਾ। ਜਿਵੇਂ ਧਨ ਇਹਦੇ ਕੋਲ ਹੈ ਤਾਂ ਇਹ ਧਨਵਾਨ ਹੈ, ਇੱਜ਼ਤ ਇਹਦੇ ਕੋਲ ਹੈ ਤਾਂ ਇੱਜ਼ਤਵਾਨ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਿਰਧਨੰ, ਜਿਨ੍ਹਾਂ ਦੇ ਪਾਸ ਕਿਸੇ ਪ੍ਰਕਾਰ ਦਾ ਕੋਈ ਧਨ ਨਹੀਂ ਹੈ। ਧਨ ਨਾਮ ਨਰ ਹਰਿ। ਅਤੇ ਧਨ ਨਾਮ ਦਾ ਭਾਵ ਜਦੋਂ ਉਹ ਪਰਮੇਸ਼ਰ ਨੂੰ ਨਾਮ ਰੂਪ ਬੁੱਝ ਲੈਂਦੇ ਹਨ ਤਾਂ ਫਿਰ ਨਾਮ ਦੁਆਰਾ ਉਹਨਾਂ ਨੂੰ ਉਹ ਧਨ ਦੇ ਨਾਲ ਪਰਿਪੂਰਨ ਕਰ ਦਿੰਦਾ ਹੈ। ਹੁਣ ਨਾਮ ਰੂਪ ਦਾ ਭਾਵ ਕਿ ਸੁਖਮਨੀ ਸਾਹਿਬ ਦੀ ਬਾਣੀ 'ਚ ਆਪ ਜੀ ਸ਼ਰਵਣ ਕਰਦੇ ਹੋ, ਨਾਮ ਕੇ ਤਾਰੇ ਸਗਲੇ ਜੰਤ। ਜਦੋਂ ਕਹਿੰਦੇ ਨਾਮ ਰੂਪ ਦੇ ਵਿੱਚ ਸੋਝੀ ਪੈਦਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਮਨੁੱਖ ਦੀ ਬੁੱਧ ਜਾਗਦੀ ਹੈ। ਜਿਵੇਂ ਆਦਿ ਕਾਲ ਮਨੁੱਖ ਦੀ ਵਿਚਾਰ ਕੀਤੀ ਜਾਂਦੀ ਹੈ ਕਿ ਹੌਲੀ ਹੌਲੀ ਜਦੋਂ ਉਹਨੇ ਵਿਚਾਰ ਕੀਤਾ ਕਿ ਮੈਂ ਆਹ ਫਲ ਖਾ ਕੇ ਸੁੱਟਿਆ ਅਤੇ ਇਹ ਫਲ ਜ਼ਮੀਨ ਦੇ ਵਿੱਚ ਦੱਬਿਆ ਗਿਆ ਅਤੇ ਕੁਝ ਸਮੇਂ ਬਾਅਦ ਇਹ ਰੁੱਖ ਪੌਦਾ ਬਣ ਗਿਆ। ਫਿਰ ਉਹਦੀ ਮੱਤ ਦੁਆਰਾ ਇਹ ਗਿਆਨ ਪ੍ਰਗਟ ਹੋਇਆ ਕਿ ਨਾਮ ਦੇ ਵਿੱਚ ਸਾਰੀਆਂ ਬਰਕਤਾਂ, ਸਾਰੀਆਂ ਜਿਹੜੀਆਂ ਨਿਧਾਂ ਹਨ ਸਮਾਈਆਂ ਹੋਈਆਂ ਹਨ। ਹੁਣ ਮੈਨੂੰ ਇਹਦੇ ਉੱਪਰ ਦੁਬਾਰਾ ਯਤਨ ਕਰਨਾ ਪਏਗਾ। ਤਾਂ ਫਿਰ ਕਹਿੰਦੇ ਉਸ ਮਨੁੱਖ ਨੇ ਆਪਣੀ ਬੁੱਧੀ ਦਾ ਨਿਰਮਾਣ ਕਰਕੇ ਜਿਹੜੀਆਂ ਫਸਲਾਂ ਆਦਿਕ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ। ਤਾਂ ਉਹ ਧਰਤੀ ਦੇ ਇਸ ਗੁਣ ਤੋਂ ਬੋਧ ਹੋਇਆ ਕਿ ਇਹ ਸਾਨੂੰ ਕਈ ਗੁਣਾ ਵਸਤ ਦੇਣ ਵਾਲੀ ਹੈ। ਭਾਵ ਕਿ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਜਦੋਂ ਉਹਨੂੰ ਇਹ ਬੋਧ ਹੋਇਆ, ਫਿਰ ਨਾਮ ਰੂਪ ਦੇ ਵਿੱਚ ਉਹਨੂੰ ਇਹ ਬੋਧ ਹੋਇਆ ਕਿ ਜੀਵਨ ਦਾ ਜਿਹੜਾ ਅਸਲ ਸੁੱਖ ਚੈਨ ਹੈ ਉਹ ਬਾਹਰੀ ਪਦਾਰਥਾਂ ਰਸਾਂ ਕਸਾਂ ਦੇ ਵਿੱਚ ਨਹੀਂ ਹੈ, ਉਹ ਅੰਤਰ ਆਤਮੀ ਜਿਹੜੀ ਆਤਮ ਜੋਤ ਦੀ ਪਛਾਣ ਦੇ ਵਿੱਚ ਹੈ। ਜਿਵੇਂ ਉਹਦੇ ਦੁਆਰਾ ਆਰਾਧਨਾ ਕਰਕੇ
ਉਹਨਾਂ ਨੂੰ ਭਾਵ ਜਾਗਰਤ ਕਰ ਲਵਾਂਗਾ ਤਾਂ ਮੈਨੂੰ ਜੀਵਨ ਦਾ ਆਨੰਦ ਪ੍ਰਾਪਤ ਹੋਵੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਿਰ ਧਨੰ ਤਨ ਨਾਮ ਨਰ ਹਰੇ। ਤੇ ਇਸ ਕਰਕੇ ਜਿਨ੍ਹਾਂ ਦੇ ਅੰਦਰ ਨਾਮ ਰੂਪ ਪਰਮੇਸ਼ਰ ਦੀ ਸੋਝੀ ਪੈਦਾ ਹੋ ਜਾਂਦੀ ਹੈ ਉਹ ਧਨਵਾਨ ਹੋ ਜਾਂਦੇ ਹਨ। ਅਨਾਥ ਨਾਥ ਗੋਬਿੰਦ ਬਲਹੀਣ ਬਲ ਕੇਸਵ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਨਾਥ, ਹੁਣ ਸੰਸਾਰ ਦੇ ਵਿੱਚ ਅਸੀਂ ਅਨਾਥ ਆਖਦੇ ਹਾਂ ਜਿਸ ਦੇ ਮਾਤਾ ਪਿਤਾ ਨਾ ਹੋਣ, ਜਿਹਦਾ ਕੋਈ ਪਾਲਣ ਪੋਸ਼ਣ ਵਾਲਾ ਨਾ ਬਚੇ ਬਾਕੀ, ਅਤੇ ਉਸ ਨੂੰ ਅਸੀਂ ਅਨਾਥ ਯਤੀਮ ਬੇਸਹਾਰਾ ਆਖਦੇ ਹਾਂ। ਪਰ ਗੁਰੂ ਸਾਹਿਬ ਜੀ ਕਹਿੰਦੇ ਅਨਾਥ ਨਾਥ ਗੋਬਿੰਦ ਹੈ। ਉਹ ਗੋਬਿੰਦ ਪਰਮੇਸ਼ਰ ਸਾਰਿਆਂ ਦਾ ਨਾਥ ਹੈ। ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਜੀਵਨ ਤੋਂ ਅਸੀਂ ਸਾਰੇ ਬੜੇ ਵਿਸਥਾਰ ਦੇ ਨਾਲ ਜਾਣੂ ਹਾਂ। ਜਦ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਪਨ ਰੂਪ ਦੇ ਵਿੱਚ ਮਾਤਾ ਪਿਤਾ ਦਾ, ਸੰਸਾਰਿਕ ਮਾਤਾ ਪਿਤਾ ਦਾ ਸਹਾਰਾ ਛੁੱਟ ਗਿਆ ਤਾਂ ਲਾਹੌਰ ਵਿਖੇ ਜਿਤਨੇ ਸੰਬੰਧੀ ਸਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ, ਸਾਰਿਆਂ ਨੇ ਜਾਣਿਆ ਕਿ ਹੁਣ ਜ਼ਿੰਦਗੀ ਭਰ ਇਸ ਦੀ ਪਾਲਣਾ ਕਰਨੀ ਪਏਗੀ, ਜ਼ਿੰਮੇਵਾਰੀ ਉਠਾਉਣੀ ਪਏਗੀ। ਤਾਂ ਸਾਰਿਆਂ ਨੇ ਆਪੋ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲਏ ਸਨ। ਤਦ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਭਾਈ ਜੇਠਾ ਜੀ ਦੀ ਨਾਨੀ ਉਸ ਸਮੇਂ ਉਹਨਾਂ ਨੂੰ ਲੈ ਕੇ ਅਤੇ ਬਾਸਰ ਕੇ ਪਿੰਡ ਆ ਗਏ। ਹੁਣ ਬਾਸਰ ਕੇ ਪਿੰਡ ਸੰਸਾਰ ਕਹਿ ਰਿਹਾ ਕਿ ਇਹ ਅਨਾਥ ਹੋ ਗਿਆ ਹੈ ਬਾਲਕ ਜੇਠਾ, ਪਰ ਉਨੇ ਸਮੇਂ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕੋ ਪਾਵਨ ਨਗਰ ਸੀ। ਹੁਣ ਜਿਵੇਂ ਆਮ ਨਗਰ ਦੇ ਵਿੱਚ ਸਾਡਾ ਸੰਬੰਧ ਹੁੰਦਾ ਹੈ, ਤਾਂ ਗੁਰੂ ਅਮਰਦਾਸ ਸਾਹਿਬ ਜੀ ਇੱਕ ਸਮਾਜਿਕ ਨੁਕਤੇ ਤੋਂ ਭਾਈ ਜੇਠਾ ਜੀ ਦੀ ਨਾਨੀ ਦੇ ਗ੍ਰਹਿ ਵਿਖੇ ਆਏ ਹਨ ਅਤੇ ਆ ਕੇ ਪੁੱਛਿਆ ਕਿ ਇਸ ਬਾਲਕ ਦਾ ਨਾਮ ਕੀ ਹੈ? ਜੇਠਾ। ਤਾਂ ਨਾਨੀ ਨੇ ਕਿਹਾ ਕਿ ਇਹ ਬਾਲਕ ਹੁਣ ਯਤੀਮ ਹੋ ਗਿਆ ਹੈ, ਤਾਂ ਇਹ ਅਨਾਥ ਹੋ ਗਿਆ ਹੈ। ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਇਹ ਅਨਾਥ ਨਹੀਂ ਹੈ, ਇਹ ਐਸਾ ਨਾਥ ਬਣੇਗਾ ਕਿ ਸਾਰੀ ਜ਼ਿੰਦਗੀ ਇਹਦੀ ਸਾਰੀ ਲੋਕਾਈ, ਸਾਰਾ ਜਗਤ ਇਹਦੇ ਦਰ ਤੋਂ ਆਤਮਿਕ ਸਕੂਨ ਪ੍ਰਾਪਤ ਕਰੇਗਾ। ਇਸ ਪ੍ਰਕਾਰ ਤਾਂ ਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਵਾਕ ਨਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਨਾਥ ਨਾਥ ਗੋਬਿੰਦ ਹੈ। ਜਿਹਦੇ ਸਾਰੇ ਸੰਸਾਰਿਕ ਆਸਰੇ ਮੁੱਕ ਜਾਣ, ਜੇ ਉਹਦੇ ਅੰਦਰ ਪਰਮੇਸ਼ਰ ਦੀ ਵਿਆਪਕ ਹਸਤੀ ਦਾ ਬੋਧ ਜਾਗ ਪਵੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਉਹ ਕਦੀ ਆਪਣੇ ਆਪ ਨੂੰ ਅਨਾਥ ਨਹੀਂ ਮਹਿਸੂਸ ਕਰਦਾ। ਕਦੇ ਆਪ ਜੀ ਸੈਂਟਰਲ ਖਾਲਸਾ ਯਤੀਮਖਾਨਾ ਜਾਓ ਤਾਂ ਉੱਥੇ ਪਾਵਨ ਗੁਰਬਾਣੀ, ਉੱਥੇ ਜਦ ਸਵੇਰ ਵੇਲੇ ਆਰੰਭਤਾ ਹੁੰਦੀ ਹੈ, ਉੱਥੇ ਸਾਰਾ ਸਿਲਸਿਲਾ ਚੱਲਦਾ ਪੜ੍ਹਾਈ ਦਾ, ਵਿੱਦਿਆ ਦਾ, ਤਾਂ ਉਹਦੇ ਵਿੱਚ ਕਿਹਾ ਜਾਂਦਾ ਹੈ, ਇੱਕ ਵਾਕ ਦੁਹਰਾਇਆ ਜਾਂਦਾ ਹੈ ਕਿ ਭਾਵੇਂ ਇਸ ਸੰਸਥਾ ਦੇ ਬਾਹਰ ਲਿਖਿਆ ਹੋਇਆ ਕਿ ਯਤੀਮਖਾਨਾ ਹੈ, ਪਰ ਤੁਹਾਡਾ ਸਾਰਿਆਂ ਦਾ ਬਿਰਧ ਪ੍ਰਤਪਾਲਕ ਪਰਮੇਸ਼ਰ ਆਪ ਹੈ। ਇਸ ਕਰਕੇ ਜ਼ਿੰਦਗੀ ਦੇ ਵਿੱਚ ਤੁਸੀਂ ਕਦੀ ਨਹੀਂ ਜਾਣਨਾ ਤੁਸੀਂ ਗੁਰੂ ਰਾਮਦਾਸ ਦੀ ਨਗਰੀ ਵਿੱਚ ਹੋ, ਅਤੇ ਸਮਝ ਲਓ ਗੁਰੂ ਰਾਮਦਾਸ ਤੁਹਾਡੇ ਪ੍ਰਤਪਾਲਕ ਦਾਤਾਰ ਪਿਤਾ ਹਨ। ਇਹ ਵਾਕ ਬਾਕਾਇਦਾ ਉੱਥੇ ਰੋਜ਼ਾਨਾ ਦੁਹਰਾਇਆ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਨਾਥ ਨਾਥ ਗੋਬਿੰਦ ਹੈ। ਅਨਾਥਾਂ ਦਾ ਨਾਥ ਉਹ ਪਰਮੇਸ਼ਰ ਆਪ ਹੈ। ਹੁਣ ਕਿਵੇਂ ਹੈ? ਇਹ ਵੀ ਇੱਕ ਨੁਕਤਾ ਹੁੰਦਾ ਕਿ ਹੁਣ ਮਾਤਾ ਪਿਤਾ ਦਾ ਸਾਹਮਣੇ ਦਿਖਦੇ ਨੇ, ਬੰਦਾ ਕਹੇਗਾ ਕਿ ਦੇਖਦੇ ਆ ਅਤੇ ਇਹਨਾਂ ਦਾ ਆਸਰਾ ਮੈਨੂੰ ਮਹਿਸੂਸ ਹੋ ਰਿਹਾ। ਜਿਹੜਾ ਦੇਖ ਹੀ ਨਹੀਂ ਰਿਹਾ ਉਹਦਾ ਮੈਂ ਆਸਰਾ ਕਿਵੇਂ ਮਹਿਸੂਸ ਕਰਾਂ, ਜਿਹੜਾ ਮੈਨੂੰ ਨਜ਼ਰ ਹੀ ਨਹੀਂ ਆ ਰਿਹਾ। ਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਪਾਵਨ ਬਾਣੀ ਦੇ ਵਿੱਚ ਬਹੁਤ ਜਗ੍ਹਾ ਐਸੇ ਵਿਸ਼ਵਾਸ ਦ੍ਰਿੜ ਕਰਵਾਏ ਹਨ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਭਾਵ ਕਿ ਮੈਂ ਤੇਰੀ ਪਰਮ ਹਸਤੀ ਨੂੰ ਮੰਨਿਆ ਅਤੇ ਮੈਂ ਸੋਚਿਆ ਕਿ ਸਪਸ਼ਟ ਰੂਪ ਦੇ ਵਿੱਚ ਤਾਂ ਮਾਤਾ ਦਾ ਜਿਹੜਾ ਸਹਾਰਾ ਹੈ, ਪਿਤਾ ਦਾ ਸਹਾਰਾ, ਉਹ ਤਾਂ ਮੇਰੇ ਤੋਂ ਵਿਨਸ ਗਿਆ। ਫਿਰ ਪਰਮੇਸ਼ਰ ਨੇ ਦੂਜੀਆਂ ਹਸਤੀਆਂ ਦੇ ਵਿੱਚ ਐਸੇ ਭਾਵ ਪੈਦਾ ਕਰ ਦਿੱਤੇ ਜਿਹੜੇ ਉਹਨੂੰ ਆਪਣਾ ਬੱਚਾ ਸਮਝ ਕੇ ਪ੍ਰਤਪਾਲਣ ਕਰਨ ਲੱਗ ਪਏ। ਇਸ ਕਰਕੇ ਕਹਿੰਦੇ ਨਾ ਕਰ ਕਿਰਪਾ ਪ੍ਰਤਪਾਲਣ ਲਾਗਾ। ਜਿਹੜਾ ਪਹਿਲੇ ਰੂਪ ਦੇ ਵਿੱਚ ਮਾਤਾ ਪਿਤਾ ਮਿਲਿਆ ਉਹ ਭਾਵੇਂ ਵਿਨਸ ਗਿਆ, ਪਰ ਉਹੀ ਮਾਤਾ ਪਿਤਾ ਦੇ ਬਿਰਧ ਭਾਵ ਦੂਜੀਆਂ ਸ਼ਖਸੀਅਤਾਂ ਦੇ ਅੰਦਰ ਪਰਮੇਸ਼ਰ ਨੇ ਸਫੁਰ ਕਰ ਦਿੱਤੇ ਅਤੇ ਉਹ ਯਤੀਮ ਨੂੰ ਆਪਣਾ ਸਮਝ ਕੇ ਪ੍ਰਣਾਉਣ ਲੱਗ ਪਏ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਕਿਰਪਾ ਰੂਪ ਹੋਈ ਹੈ, ਤਾਂ ਕਰਕੇ ਪ੍ਰਤਪਾਲਣ ਲਾਗਾ, ਨਹੀਂ ਤਾਂ ਆਪਣੀ ਔਲਾਦ ਤੋਂ ਇਲਾਵਾ ਦੂਜਾ ਨਹੀਂ ਪਾਲਿਆ ਜਾਂਦਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਅਨਾਥ ਨਾਥ ਗੋਬਿੰਦ ਹੈ। ਬਸ ਬਸ਼ਰਤੇ ਇਤਨਾ ਕੁ ਹੈ ਕਿ ਮਨੁੱਖ ਨੂੰ ਵਿਸ਼ਵਾਸ ਦ੍ਰਿੜ ਹੋਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬਲਹੀਣ ਬਲ ਕੇਸਵ ਹੈ। ਅਤੇ ਭਾਵ ਕਿ ਜਿਨ੍ਹਾਂ ਦੇ ਅੰਦਰ ਕੋਈ ਬਲ ਨਹੀਂ ਹੈ, ਜਿਹੜੇ ਆਤਮ ਬਲ ਕਰਕੇ ਵੀ ਬੜੇ ਕਮਜ਼ੋਰ ਹਨ, ਸਰੀਰਕ ਬਲ ਕਰਕੇ ਵੀ ਬੜੇ ਅਲਪੱਗ ਹਨ, ਬੜੇ ਕਮਜ਼ੋਰ ਹਨ, ਉਹਨਾਂ ਦਾ ਵੀ ਬਲ ਪਰਮੇਸ਼ਰ ਆਪ ਬਣਦਾ ਹੈ। ਤਾਂ ਇਸੇ ਪ੍ਰਕਾਰ ਸਤਿਗੁਰੂ ਹੁਣ ਗੁਰੂ ਸਾਹਿਬ ਜੀ ਸਾਨੂੰ ਫਰਮਾਉਂਦੇ ਬਲਹੀਣ ਬਲ ਕੇਸਵ, ਜਿਨ੍ਹਾਂ ਦੇ ਅੰਦਰ ਕੋਈ ਬਲ ਨਹੀਂ ਹੈ। ਤਾਂ ਕਈ ਵਾਰੀ ਦੇਖਣ 'ਚ ਆਉਂਦਾ ਹੈ
ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਐਸੇ ਘਟਨਾਵਾਂ ਦੇਖੀਆਂ ਨੇ। ਤਾਂ ਜਦ ਕਦੇ ਹਰਿਮੰਦਰ ਸਾਹਿਬ ਸੇਵਾ ਹੁੰਦੀ ਹੈ ਤਾਂ ਉੱਥੇ ਕਦੇ ਗੌਰ ਦੇ ਨਾਲ ਦੇਖਣਾ 2-3 ਐਸੇ ਲੂਲੇ ਪਿੰਗਲੇ ਇਨਸਾਨ ਹੋਣਗੇ, ਮਿਲ ਜਾਣਗੇ। ਜੇ ਉਹਨਾਂ ਦੀ ਹਸਤੀ ਨੂੰ ਵਾਚੀਏ ਤਾਂ ਉਹ ਆਪਣੇ ਜੀਵਨ ਦੀ ਕੋਈ ਕਿਰਿਆ ਨਹੀਂ ਕਰ ਸਕਦੇ। ਪਰ ਹੈਰਾਨਗੀ ਦੀ ਗੱਲ ਹੈ, ਸੇਵਾ ਦੇ ਕਰਮ ਵਿੱਚ ਭੱਜ ਭੱਜ ਕੇ ਅੱਗੇ ਹੁੰਦੇ ਨੇ। ਹੁਣ ਮਨੁੱਖ ਪੁੱਛੇਗਾ ਕਿ ਸਰੀਰ ਤੌਰ 'ਤੇ ਤਾਂ ਅਪੰਗ ਹੈ, ਅਪਾਹਜ ਹੈ, ਪਰ ਇਹਦੇ ਅੰਦਰੋਂ ਇਹ ਬਲ ਕਿੱਥੋਂ ਪੈਦਾ ਹੋਇਆ? ਬਲ ਪੈਦਾ ਹੋਇਆ ਜਦੋਂ ਉਹਨੇ ਗੁਰੂ ਸ਼ਬਦ ਨੂੰ ਸਰਵਣ ਕੀਤਾ। ਤਾਂ ਫਿਰ ਸਤਿਗੁਰੂ ਦੀ ਸ਼ਬਦ ਨੇ ਉਹਦੇ ਅੰਦਰ ਭਾਵਨਾ ਦਾ ਇਤਨਾ ਉਮਾਹਾ ਮਾਰਿਆ ਕਿ ਅਪਾਹਜ ਹੁੰਦਿਆਂ ਹੋਇਆਂ ਵੀ ਉਹ ਜੀਵਨ ਦੇ ਸੰਗਰਾਮ ਦੇ ਵਿੱਚ ਗੁਰੂ ਸੇਵਾ ਕਮਾਉਣ ਦੇ ਲਈ ਕੁੱਦ ਪਿਆ ਹੈ। ਜਿਵੇਂ ਅਸੀਂ ਪਾਵਨ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਨਾ ਸਤਿਗੁਰੂ ਸਾਹਿਬ ਜੀ, ਹੁਣ ਇਸੇ ਪ੍ਰਕਾਰ ਕਿ ਬਲਹੀਣ ਬਲ ਕੇਸਵੇ, ਜਿਨ੍ਹਾਂ ਉੱਪਰ ਕੋਈ ਬਲ ਨਹੀਂ ਹੈ। ਇਸ ਕਰਕੇ ਸਤ ਸੰਗਤ ਇਸ ਕਰਕੇ ਵੀ ਉੱਤਮ ਹੈ। ਹੁਣ ਸਰੀਰਕ ਤੌਰ 'ਤੇ ਤਾਂ ਬੰਦਾ ਖੁਰਾਕ ਖਾ ਲਏਗਾ, ਸਰੀਰ ਦੇ ਵਿੱਚ ਊਰਜਾ ਬਣੇਗੀ, ਤਾਕਤਵਰ ਹੋ ਜਾਏਗਾ। ਪਰ ਤਾਕਤਵਰ ਹੋਣ ਦਾ ਵੀ ਉਨਾ ਚਿਰ ਅਰਥ ਨਹੀਂ ਹੈ ਜਿੰਨਾ ਚਿਰ ਉਹਦੇ ਮਾਨਸਿਕ ਤਲ 'ਤੇ ਉਹਦੀ ਕੋਈ ਭਾਵ ਨਹੀਂ ਪੈਦਾ ਹੁੰਦੇ ਕਿ ਮੈਂ ਤਾਕਤਵਰ ਹਾਂ। ਹੁਣ ਦੇਖਣ ਚਾਹੁੰਦਾ ਬੰਦੇ ਕਈ ਬੜੇ ਰਿਸ਼ਟ ਪੁਸ਼ਟ ਹੁੰਦੇ ਨੇ, ਜਰਾ ਜਿੰਨਾ ਸੇਵਾ ਲਈ ਕਹਿ ਦਿਓ ਤਤਸ਼ਨੀ ਉਹਨਾਂ ਦੇ ਚਿਹਰੇ 'ਤੇ ਮੂਰਛਤਾ ਛਾ ਜਾਂਦੀ ਹੈ। ਇਸ ਕਰਕੇ ਕੇਵਲ ਸਰੀਰਕ ਬਲ ਕਰਕੇ ਨਹੀਂ। ਹੁਣ ਜੇ ਸਰੀਰਕ ਬਲ ਦੀ ਗੱਲ ਹੁੰਦੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੀ ਘਟਨਾ ਆਪ ਜੀ ਜਾਣਦੇ ਹੋ। ਦੁਨੀ ਚੰਦ ਦਾ ਸਰੀਰ ਬੜਾ ਭਾਰੀ ਸੀ ਔਰ ਮੰਨਿਆ ਜਾਂਦਾ ਸੀ ਕਿ ਇਹਦੇ ਤੋਂ ਵੱਡਾ ਕੋਈ ਬਲਸ਼ਾਲੀ ਨਹੀਂ ਹੈ। ਜਦ ਹਾਥੀ ਦੇ ਨਾਲ ਸਾਹਮਣਾ ਕਰਨ ਦੀ ਵਿਪਤਾ ਆਈ, ਆਪਣਾ ਪੱਤਰਾ ਵਾਚ ਗਿਆ ਉਸ ਕਿਲੇ ਵਿੱਚੋਂ, ਰਾਤ ਦੇ ਹਨੇਰੇ ਵਿੱਚ ਛਾਲ ਮਾਰ ਕੇ ਪਿੰਡ ਭੱਜ ਗਿਆ ਆਪਣੇ। ਫਿਰ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਕੇਵਲ ਨਾਮ ਮਾਤਰ ਦਾ ਯੋਧਾ ਸੀ। ਫਿਰ ਕਹਿੰਦੇ 4.5 ਫੁੱਟ ਕੱਦ ਸੀ ਸਾਰਾ ਭਾਈ ਬਚਿੱਤਰ ਸਿੰਘ ਦਾ। ਸਤਿਗੁਰੂ ਸਾਹਿਬ ਜੀ ਦੀ ਥਾਪੜਾ ਹੋ ਗਿਆ ਅਤੇ ਉਸ ਛੋਟੇ ਜਿਹੇ ਕੱਦ ਵਾਲੇ ਗੁਰਸਿੱਖ ਨੇ ਨਾਗਣੀ ਵਰਛਾ ਮਾਰ ਕੇ ਅਤੇ ਹਾਥੀ ਦੇ ਸਾਰੇ ਤਵੇ ਵਿੰਨ ਦਿੱਤੇ ਅਤੇ ਉਸ ਨੂੰ ਵਾਪਸ ਭਜਾ ਦਿੱਤਾ। ਬਲਹੀਣ ਬਲ ਕੇਸਵੇ, ਜੇ ਸਤਿਗੁਰੂ ਦਾ ਥਾਪੜਾ ਮਿਲ ਜਾਏ, ਸਤਿਗੁਰੂ ਦੀ ਨਜ਼ਰ ਹੋ ਜਾਏ ਤੇ ਬਲਹੀਣ ਵੀ ਬਲ ਵਾਲੇ ਹੋ ਜਾਂਦੇ ਹਨ। ਸਰਬ ਭੂਤ ਦਇਆਲ ਅਚੁੱਤ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਰਬ ਭੂਤ ਭਾਵ ਕਿ ਸਾਰਿਆਂ ਪੱਧਰਾਂ 'ਤੇ ਉਹ ਮਾਲਕ ਆਪ ਸਮਾਇਆ ਹੋਇਆ। ਇਸ ਕਰਕੇ ਕਿਸੇ ਵੀ ਹੋਂਦ ਨੂੰ ਉਹਦੇ ਨੂਰ ਤੋਂ ਬਿਨਾਂ ਨਾ ਜਾਣੋ। ਔਰ ਦਇਆਲ, ਉਹਦੀ ਦਇਆਲਤਾ ਦੇਖੋ। ਜਿਵੇਂ ਉਦਾਹਰਨ ਦੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਦਇਆਲ ਭਾਵ ਕਿ ਉਹਨੇ 4 ਤੱਤਾਂ ਦੀ ਦੇਹ ਕੱਢ ਲਈ। ਦੇਖਿਆ ਕਿ ਇਹ 4 ਤੱਤਾਂ ਦੀ ਦੇਹ ਤਾਂ ਕੱਢ ਲਈ ਹੈ ਪਰ ਇਹਦੇ ਅੰਦਰ ਹਰਕਤ ਨਹੀਂ ਹੈ। ਫਿਰ ਉਹਦੀ ਦਇਆਲਤਾ ਹੋਈ ਤਾਂ ਉਹ ਕੀ ਹੋਇਆ ਕਿ ਫਿਰ ਉਹਨੇ ਆਪਣੇ ਅੰਸ਼ ਦੇ ਵਿੱਚੋਂ ਇੱਕ ਕਿਣਕਾ ਸਾਡੇ ਇਸ 4 ਤੱਤਾਂ ਦੀ ਦੇਹ ਵਿੱਚ ਟਿਕਾ ਕੇ 5 ਤੱਤ ਪੂਰੇ ਕਰ ਦਿੱਤੇ। ਅਤੇ ਸਤਿਗੁਰੂ ਸਾਹਿਬ ਜੀ ਅਕਾਲ ਪੁਰਖ ਦੀ ਕਿਰਪਾ ਅਨੁਸਾਰ ਇਹ ਦੇਹ ਜਿਹੜੀ ਮਾਟੀ ਪਵਨ ਆਦਿਕ ਤੋਂ ਬਣੀ ਹੋਈ ਹੈ, ਇਹਦੇ ਵਿੱਚ ਪਿਆਰ, ਖੁਸ਼ੀ, ਉਦਾਸੀ, ਜੀਵਨ ਦੀਆਂ ਸਾਰੀਆਂ ਅਵਸਥਾਵਾਂ ਮਹਿਸੂਸ ਹੋਣ ਲੱਗ ਪਈਆਂ। ਕੇਵਲ ਇਹ ਪੱਥਰਨੁਮਾ ਅੱਖ ਦੇ ਵਿੱਚ ਨੂਰ ਪੈ ਗਿਆ ਅਤੇ ਇਸ ਨੂੰ ਨਜ਼ਰ ਆਉਣ ਲੱਗ ਪਿਆ। ਕੰਨ ਕੇਵਲ ਜਿਹੜੇ ਮਾਸ ਦੇ ਹਨ ਇਹਨਾਂ ਦੇ ਨਾਲ ਹਵਾ ਟਕਰਾਉਣ ਲੱਗ ਪਈ ਅਤੇ ਇਹ ਸਰਵਣ ਯੋਗ ਹੋ ਗਏ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਰਬ ਭੂਤ ਦਇਆਲ, ਅੱਗੇ ਫਰਮਾਉਂਦੇ ਹਨ ਉਚਿਤ ਭਾਵ ਕਿ ਮਨੁੱਖ ਕਿਤਨਾ ਵੀ ਯਤਨ ਕਰੇ। ਹੁਣ ਸਰੀਰਕ ਤੌਰ 'ਤੇ ਸਾਡੇ ਅੰਗ ਵੱਖ ਕੀਤੇ ਜਾ ਸਕਦੇ ਹਨ ਪਰ ਕੋਈ ਯਤਨ ਕਰੇ ਮਨੁੱਖ ਕਿ ਮੈਂ ਵਿਸ਼ੇਸ਼ ਰੂਪ ਕਰਕੇ ਜਿਵੇਂ ਆਤਮਾ ਨੂੰ ਸਰੀਰ ਦੇ ਨਾਲੋਂ ਵੱਖ ਕਰਦਿਆਂ, ਐਸਾ ਨਹੀਂ ਹੋ ਸਕਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਚੁੱਤ ਇਸੇ ਪ੍ਰਕਾਰ ਆਪਣੀ ਰਚਨਾ ਦੇ ਅੰਦਰ ਸਮਾਇਆ ਹੋਇਆ ਦੀਨ ਬਾਂਧਵ। ਦੀਨ ਭਾਵ ਜਿਹੜੇ ਉਹਦਾ ਆਸਰਾ ਤੱਕ ਇਸ ਦੀ ਵੀ ਉਹਨੂੰ ਯਾਦ ਕਰਦੇ ਹਨ। ਦਾਮੋਦਰ ਹੈ ਭਾਵ ਉਹਨਾਂ ਦੇ ਸਾਰੇ ਵਿਕਾਰਾਂ ਦੇ ਬੰਧਨ ਕੱਟਣ ਵਾਲਾ। ਜਿਵੇਂ ਸ਼੍ਰੀ ਕ੍ਰਿਸ਼ਨ ਦੇ ਪ੍ਰਥਾਏ ਦਾਮੋਦਰ ਵਿਸ਼ੇਸ਼ਣ ਵਰਤਿਆ ਜਾਂਦਾ ਹੈ ਕਿ ਭਾਵ ਜਿਨ੍ਹਾਂ ਨੇ ਆਪਣੇ ਪੇੜ ਉਦਾਲੇ ਰੱਸੀ ਲਪੇਟ ਕੇ ਉਸ ਵੱਡੇ ਭਾਰੀ ਰੁੱਖ ਨੂੰ ਪੁੱਟ ਦਿੱਤਾ ਸੀ। ਇਸੇ ਪ੍ਰਕਾਰ ਜਿਹੜੇ ਉਹਦੇ ਵਿਸ਼ਵਾਸ ਦਾ ਤਾਣ ਆਪਣੇ ਜੀਵਨ ਦੁਆਲੇ ਬੁਣਦੇ ਹਨ, ਉਹਨਾਂ ਦੇ ਜੀਵਨ ਵਿੱਚੋਂ ਵਿਕਾਰਾਂ ਦਾ, ਵਿਘਨਾਂ ਦਾ, ਸਭ ਪ੍ਰਕਾਰ ਦਾ ਵੱਡਾ ਭਾਰੀ ਆਲਮ ਪੁੱਟਿਆ ਜਾਂਦਾ ਹੈ। ਸਰਬਗ ਪੂਰਨ ਪੁਰਖ ਭਗਵਾਨ ਹੈ, ਭਗਤ ਵਸ਼ਲ ਕਰੁਣਾਮਯ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਰਬਗ ਇਹ ਨਹੀਂ ਕਿ ਜੇ ਕੇਵਲ ਹੁਣ ਉਦਾਹਰਨ ਦੇ ਤੌਰ 'ਤੇ ਜਦੋਂ ਅਸੀਂ ਵੱਖੋ ਵੱਖ ਧਰਮਾਂ ਨੂੰ ਦੇਖਦੇ ਹਾਂ ਤਾਂ ਸਾਨੂੰ ਸਮਝ ਆਉਂਦਾ ਸ਼ਾਇਦ ਪਰਮੇਸ਼ਰ ਦੀ ਹਸਤੀ ਵੱਖ-ਵੱਖ ਹੈ। ਸਿੱਖ ਅਕਾਲ ਪੁਰਖ ਆਖਦੇ ਹਨ, ਸਨਾਤਨ ਮੱਤ ਵਾਲੇ ਭਗਵਾਨ ਆਖਦੇ ਹਨ, ਈਸ਼ਵਰ ਆਖਦੇ ਹਨ, ਈਸਾਈਅਤ ਵਾਲੇ ਆਖਦੇ ਹਨ ਗੋਡ, ਇਸਲਾਮ ਵਾਲੇ ਅੱਲਾਹ ਤਾਲਾ ਆਖਦੇ ਹਨ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਨਾਮ ਵੱਖੋ ਵੱਖਰੇ ਹਨ ਪਰ ਸਰਬੱਗ। ਭਾਵੇਂ ਸੰਸਾਰ ਦੇ ਧਰਮਾਂ ਨੇ, ਪੰਥਾਂ ਨੇ ਜਿਵੇਂ ਜਿਵੇਂ ਉਹਦੀ ਹਸਤੀ ਨੂੰ ਦੇਖਿਆ ਮਾਣਿਆ ਉਵੇਂ ਉਹਦੇ ਨਾਮ ਤਸਦੀਕ ਕਰ ਦਿੱਤੇ, ਪਰ ਸਰਬੱਗ ਸਾਰੇ ਜੀਵਾਂ ਦੇ ਅੰਦਰ ਸਮਾਨ ਰੂਪ ਦੇ ਵਿੱਚ ਵਿਆਪਕ ਹੈ ਔਰ ਪੂਰਨ। ਇਹ ਨਹੀਂ ਕਿ ਉਹਦੀ ਕਿਰਪਾ ਦਾ ਆਲਮ ਜਾਂ ਉਹਦੀ ਵਿਆਪਕਤਾ ਦਾ ਪਸਾਰ
ਕਿਤੇ ਕਿਤੇ ਘੱਟ ਵੱਧ ਹੈ। ਗੁਰਬਾਣੀ 'ਚ ਪਾਵਨ ਵਾਕ ਹੈ, ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ। ਜਾਂ ਵੈਸਰੀ ਕੀ ਬਾਣੀ ਵਾਰ ਦੁਆਰਾ ਆਪ ਜੀ ਸ਼ਰਵਣ ਕਰਦੇ ਹੋ। ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਭਾਵ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਪੂਰਨ ਪੁਰਖ ਭਗਵਾਨ ਹੈ ਔਰ ਕਿਰਿਆਸ਼ੀਲ ਹੈ ਨਿਰੰਤਰ। ਇਹ ਨਹੀਂ ਕਿ ਵਿਆਪਕ ਹੋ ਕੇ ਉਹ ਕਿਤੇ ਆਪਣੇ ਆਪ ਦੇ ਵਿੱਚ ਸਿਮਟ ਗਿਆ ਹੈ। ਗੁਰੂ ਸਾਹਿਬ ਜੀ ਕਹਿੰਦੇ ਭਗਵਾਨ ਹੈ ਭਗਤ ਵਛਲ ਕਰੁਣਾਮਯ। ਅਤੇ ਇਸੇ ਪ੍ਰਕਾਰ ਉਹ ਆਪਣੇ ਭਗਤਾਂ ਦਾ ਵਛਲ ਰੱਖਣ ਵਾਲਾ ਹੈ, ਕਰੁਣਾਮਯ। ਭਾਵ ਕਿ ਸਦਾ ਹੀ ਉਹਦੀ ਦਇਆ ਉਹਦੇ ਭਗਤਾਂ ਦੇ ਉੱਪਰ ਬਰਸਦੀ ਰਹਿੰਦੀ ਹੈ। ਜਦੋਂ ਉਹਦੇ ਭਗਤਾਂ ਨੂੰ ਉਸ ਦੀ ਦਇਆ ਕਿਰਪਾ ਦੀ ਲੋੜ ਹੋਵੇ, ਉਹ ਆਪਣੀ ਦਇਆ ਦੁਆਰਾ ਉਹਨਾਂ ਦੇ ਜੀਵਨ ਦੀ ਰੱਖਿਆ ਕਰਦਾ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਭਗਤ ਵਛਲ। ਹੁਣ ਮਨੁੱਖ ਦੀ ਇੱਕ ਫਿਤਰਤ ਹੈ ਕਿ ਮਨੁੱਖ ਬਹੁਤੀ ਵਾਰੀ ਆਪਣੇ ਜਿਤਨੇ ਵਸੀਲੇ ਨੇ, ਜਿਤਨੇ ਸਾਧਨ ਨੇ, ਜਿਤਨੇ ਆਸਰੇ ਨੇ, ਉਹ ਸੰਸਾਰਿਕ ਤੌਰ 'ਤੇ ਹੀ ਸਿਰਜਦਾ ਹੈ। ਸੰਸਾਰਿਕ ਤੌਰ 'ਤੇ ਸਮਝਦਾ ਹੈ ਕਿ ਆਹ ਵਸੀਲੇ ਜਿਹੜੇ ਸਾਹਮਣੇ ਨਜ਼ਰ ਆ ਰਹੇ ਹਨ ਸ਼ਾਇਦ ਇਹੀ ਸਹਾਇਕ ਹੋ ਜਾਣਗੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਭਗਤ ਵਛਲ। ਤਾਂ ਤੁਹਾਡੇ ਸਾਹਮਣੇ ਇਤਨੇ ਭਗਤਾਂ ਦਾ ਜੀਵਨ ਹੈ ਕਿ ਉਹਨਾਂ ਨੇ ਕਿਸੇ ਨੇ ਵੀ ਸੰਸਾਰਿਕ ਵਸੀਲੇ ਨੂੰ ਪ੍ਰਮੁੱਖ ਨਹੀਂ ਮੰਨਿਆ। ਉਹਨਾਂ ਨੇ ਉਸ ਦੀ ਨਿਰਮਲ ਯਾਦ ਨੂੰ, ਉਹਦੀ ਵਿਆਪਕ ਹਸਤੀ ਦੇ ਭਾਵ ਨੂੰ ਆਪਣੇ ਮਨ ਅੰਦਰ ਦ੍ਰਿੜ ਕਰਕੇ ਰੱਖਿਆ ਅਤੇ ਉਹਨਾਂ ਦੇ ਉੱਪਰ ਕਰੁਣਾ ਹੋਈ, ਭਾਵ ਕਿ ਅਥਾਹ ਕਿਰਪਾ ਦਾ ਆਲਮ ਵਰਸਿਆ। ਤਾਂ ਇਸੇ ਪ੍ਰਕਾਰ ਸਤਿਗੁਰੂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਜਦ ਦ੍ਰੋਪਦੀ ਨੂੰ ਰਾਜ ਦਰਬਾਰ ਵਿੱਚ ਲੈ ਗਏ, ਦੇ ਵਿੱਚ ਅੰਨੇ ਹੋਏ ਕੌਰਵਾਂ ਨੇ ਜਦ ਉਸ ਦਾ ਚੀਰਨ ਹਰਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਂਝ ਸਾਰੀ ਜ਼ਿੰਦਗੀ ਉਸ ਦੇ ਮਨ ਅੰਦਰ ਕੋਈ ਪਰਮੇਸ਼ਰ ਦੀ ਯਾਦ ਨਹੀਂ ਸੀ। ਪਰ ਜਦੋਂ ਹੀ ਉਹਦੇ ਅੰਦਰ ਯਾਦ ਵਸੀ ਤਾਂ ਉਹਦੇ ਬਸਤਰ ਇਤਨੇ ਵਧੀਕ ਹੋ ਗਏ ਕਿ ਮੁੱਕਣ ਦੇ ਵਿੱਚ ਹੀ ਨਾ ਆਉਣ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਭਗਤ ਵਛਲ ਕਰੁਣਾਮਯ। ਅਤੇ ਜਿਹੜੇ ਭਗਤ ਸਰੂਪ ਹੋ ਕੇ ਉਹਦੀ ਸਾਧਨਾ ਕਰਦੇ ਹਨ ਉਹਨਾਂ ਸਾਰਿਆਂ ਦੇ ਉੱਪਰ ਕਰੁਣਾ ਕਰਦਾ ਹੈ। ਘਟ ਘਟ ਬਸੰਤ ਵਾਸੁਦੇਵ ਪਾਰ ਬ੍ਰਹਮ ਪਰਮੇਸ਼ੁਰ। ਤਾਂ ਗੁਰੂ ਸਾਹਿਬ ਜੀ ਹੁਣ ਅਗਲਾ ਗੁਣ ਦ੍ਰਿੜ ਕਰਾਉਂਦੇ ਹਨ, ਘਟ ਘਟ ਬਸੰਤ ਵਾਸੁਦੇਵ। ਭਾਵ ਕਿ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਘਟ ਘਟ ਗੁਰਬਾਣੀ ਦਾ ਪਾਵਨ ਵਾਕ ਹੈ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਹੁਣ ਇਹ ਗੱਲ ਕਹਿਣ ਮਾਤਰ ਹੈ, ਇਹਦੀ ਸੋਝੀ ਕਿਵੇਂ ਆਏਗੀ? ਜਦੋਂ ਜਦੋਂ ਮਨੁੱਖ ਦੀ ਸੁਰਤ ਉਚਾਈ ਵੱਲ ਜਾਂਦੀ ਹੈ, ਮਨੁੱਖ ਦਾ ਮਨ ਨਿਰਮਲ ਹੁੰਦਾ ਹੈ, ਉਹਦੇ ਦ੍ਰਿਸ਼ਟੀਕੋਣ ਬੜੇ ਵਿਸ਼ਾਲ ਹੁੰਦੇ ਹਨ, ਤਾਂ ਫਿਰ ਉਹ ਕੇਵਲ ਗੁਰੂ ਦਰਬਾਰ ਦੇ ਵਿੱਚ ਹੀ ਗੁਰੂ ਕੀ ਹਜ਼ੂਰੀ ਨੂੰ ਨਹੀਂ ਦੇਖਦਾ, ਉਹ ਸਾਰਾ ਸੰਸਾਰ ਹੀ, ਸਾਰੇ ਜਗਤ ਨੂੰ ਹੀ ਪਰਮੇਸ਼ਰ ਦੀ ਹਜ਼ੂਰੀ ਮੰਨਦਾ ਹੈ। ਤਾਂ ਕਰਕੇ ਤਾਂ ਗੁਰਬਾਣੀ ਦੇ ਵਿੱਚ ਸਤਿਗੁਰੂ ਸਾਹਿਬਾਨਾਂ ਦੇ ਐਸੇ ਵਾਕ ਹਨ, ਸਾਧ ਹਜ਼ੂਰ ਹਾਜ਼ਰ ਹੈ ਨਾਜ਼ਰ ਕਤਹੇ ਨਾ ਭਇਓ ਦੁਰਾਈ। ਇਹ ਨਹੀਂ ਕਿ ਗੁਰੂ ਘਰ ਬੈਠਿਆਂ ਅਤੇ ਇੱਥੇ ਪਾਪ ਕਰਮ ਨਹੀਂ ਕਰਨਾ, ਕੋਈ ਅਨੈਤਿਕ ਕਰਮ ਨਹੀਂ ਕਰਨਾ ਕਿਉਂਕਿ ਗੁਰੂ ਸਾਹਿਬ ਦੀ ਹਜ਼ੂਰੀ ਹੈ। ਇਹ ਤਾਂ ਫਿਰ ਹੋ ਗਿਆ ਸਾਡੀ ਛੋਟੀ ਸਾਧਨਾ। ਜੇ ਅਸੀਂ ਵਾਕ ਰੂਪ ਦੇ ਵਿੱਚ ਭਗਤ ਹਾਂ ਤਾਂ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਸਦਾ ਉਹਦੀ ਹਜ਼ੂਰੀ ਨੂੰ ਹਰ ਦਿਸ਼ਾ ਦੇ ਵਿੱਚ ਯਾਦ ਕਰੋ। ਇਸ ਕਰ ਗੁਰਬਾਣੀ ਦੇ ਵਿੱਚ ਅਸੀਂ ਜਾਪ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਹਾਜ਼ਰਾ ਹਜ਼ੂਰ ਹੈ। ਚਾਹੇ ਘਰ ਦੇ ਵਿੱਚ ਹੋਈਏ, ਦੇਸ਼ ਵਿੱਚ ਹੋਈਏ, ਪ੍ਰਦੇਸ਼ ਵਿੱਚ ਹੋਈਏ। ਤਾਂ ਹੁਣ ਕਈ ਵਾਰੀ ਵਾਕ ਦਾ ਮੈਂ ਜਦ ਅਰਦਾਸ ਵਿੱਚ ਦੁਹਰਾਏ ਜਾਂਦੇ ਨੇ, ਮੈਂ ਕੁਝ ਕੁ ਹੈਰਾਨ ਹੁੰਦਾ ਉੱਥੇ ਕਈ ਵਾਰੀ ਕਿ ਇਹ ਵਾਕ ਅਸੀਂ ਕਿਸ ਤਰ੍ਹਾਂ ਦੇ ਦੁਹਰਾ ਰਹੇ ਹਨ ਜੀ। ਦੇਸ਼ ਪ੍ਰਦੇਸ਼ ਵਿੱਚ ਆਪ ਸਹਾਈ ਹੋ ਕੇ ਵਰਤਣਾ ਜਾਂ ਅੰਗ ਸੰਗ ਵਰਤਣਾ। ਹੁਣ ਅੰਗ ਸੰਗ ਵਰਤਣ ਦਾ ਇਹਦਾ ਭਾਵ ਹੈ ਕਿ ਅਸੀਂ ਉਹਦੀ ਦੇਸ਼ ਕਾਲ ਦੀ ਹਸਤੀ ਨੂੰ ਮੰਨਦੇ ਹਾਂ ਕਿ ਇੰਡੀਆ ਦੇ ਵਿੱਚ ਹੈ, ਅਮਰੀਕਾ ਦੇ ਵਿੱਚ ਨਹੀਂ ਹੈ। ਤਾਂ ਸਾਨੂੰ ਤਾਂ ਸਤਿਗੁਰੂ ਨੇ ਸ਼ਬਦ ਤੌਰ 'ਤੇ ਉਹਦਾ ਆਸਰਾ ਦਿੱਤਾ ਹੈ ਕਿ ਜਿੱਥੇ ਹਰ ਆਰਾਧੀਆ ਤਿੱਥੇ ਹਰ ਮਿੱਤ ਸਹਾਈ। ਇਉਂ ਕਹਿਣਾ ਚਾਹੀਦਾ ਸਤਿਗੁਰੂ ਜਿੱਥੇ ਵੀ ਜੀਵ ਵਿਚਰ ਰਿਹਾ ਹੈ, ਸ਼ਬਦ ਰੂਪ ਹੋ ਕੇ ਉਹਦੇ ਆਤਮ ਦਾ ਆਧਾਰ ਬਣਨਾ। ਦਰਅਸਲ ਸਾਡੇ ਵਾਕ ਵੀ ਇਤਨੇ ਸਾਦੇ ਹੋਏ ਨਹੀਂ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਘਟ ਘਟ ਬਸੰਤ ਵਾਸੁਦੇਵ। ਇਸੇ ਤਰ੍ਹਾਂ ਹਰ ਜਲ ਥਲ ਦੇ ਵਿੱਚ ਉਹ ਆਪ ਵਾਸ ਕਰਦੇ। ਗੁਰਬਾਣੀ ਦਾ ਹੀ ਪਾਵਨ ਵਾਕ ਹੈ ਹਜੂਰ ਕਤ ਦੂਰ ਬਤਾਵੋ ਦੁੰਦਰ ਵਾਧੋ ਸੁੰਦਰ ਪਾਵੋ। ਭਗਤ ਰਵਿਦਾਸ ਜੀ ਆਖਦੇ ਨੇ, ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਈ। ਦੂਰ ਕਿਉਂ ਆਖਿਆ ਜਾਂਦਾ? ਉਹ ਤਾਂ ਅਤ ਨਿਕਟ ਹੈ। ਜਿਵੇਂ ਬਾਬਾ ਬੁੱਲੇ ਸ਼ਾਹ ਆਖਦੇ ਨੇ, ਸ਼ਾਹ ਰਗ ਤੋਂ ਵੀ ਨੇੜੇ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਘਟ ਘਟ ਬਸੰਤ ਵਾਸੁਦੇਵ। ਹਰ ਨੂਰ ਦੇ ਅੰਦਰ ਉਹ ਸਮਾਇਆ ਹੋਇਆ ਅਤੇ ਉਹਦਾ ਰੱਖਿਅਕ ਉਹ ਆਪ ਹੈ। ਹੁਣ ਦੂਜੀ ਗੱਲ ਹੈ, ਮਨੁੱਖ ਜਦੋਂ ਆਪਣੇ ਅੰਦਰੋਂ ਹੀ ਪਰਮੇਸ਼ਰ ਦੀ ਜੋਤ ਨੂੰ ਨਹੀਂ ਚੀਨੇਗਾ, ਉਹ ਬਾਹਰੀ ਰੂਪ ਦੇ ਵਿੱਚ ਉਹਦਾ ਵੀ ਅਭਿਆਸ ਨਹੀਂ ਕਰ ਸਕੇਗਾ। ਹੁਣ ਸਿਮਰਨ ਦੀਆਂ ਅਨੇਕਾਂ ਵਿਧੀਆਂ ਹਨ, ਪਰ ਜਪਜੀ ਸਾਹਿਬ ਦੀ ਬਾਣੀ 'ਚ ਰੱਬ ਹੁੰਦਾ ਗਾਵੇ ਕੋ ਵੇਖੈ ਹਾਦਰਾ ਹਦੂਰ।
ਹੁਣ ਉਦਾਹਰਨ ਦੇ ਤੌਰ 'ਤੇ ਕੋਈ ਬਿਪਤਾ ਬਣੀ ਹੈ, ਮਾਤਾ ਪਿਤਾ ਨੂੰ ਯਾਦ ਕਰਨਾ ਚਾਹੇਗਾ, ਘੱਟੋ ਘੱਟ ਹੋ ਸਕਦਾ ਉਹ ਦੂਜੇ ਕਮਰੇ 'ਚ ਬੈਠੇ ਹੋਣ, ਜਾਂ ਦੂਜੇ ਸ਼ਹਿਰ ਦੇ ਵਿੱਚ ਬੈਠੇ ਹੋਣ, ਜਾਂ ਦੂਜੇ ਦੇਸ਼ ਵਿੱਚ ਬੈਠੇ ਹੋਣ, ਜਿਹੜੇ ਸਭ ਤੋਂ ਨਿਕਟ ਵਾਲੇ ਵਸੀਲੇ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੀ ਜਿਹੜੀ ਵਿਆਪਕਤਾ ਹੈ ਉਹ ਤੇਰੇ ਸਾਹ ਰਗ ਤੋਂ ਵੀ ਨੇੜੇ, ਇਸ ਕਰਕੇ ਇਸ ਗੱਲ ਦੇ ਵਿਸ਼ਵਾਸ ਦੇ ਵਿੱਚ ਪਰਿਪੂਰਨ ਆਧਾਰ ਦੇ ਵਿੱਚ ਉਤਰ ਜਾ। ਵਾਸੁਦੇਵ ਤੇ ਹਰੇਕ ਸਰੀਰ ਅੰਦਰ ਉਹ ਵਾਸ ਕਰ ਰਿਹਾ ਹੈ। ਪਾਰ ਬ੍ਰਹਮ ਪਰਮੇਸ਼ਰ ਕੇਵਲ ਸਰੀਰ ਅੰਦਰ ਨਹੀਂ, ਬਾਹਰ ਵੀ ਉਹਦੇ ਹੈ, ਦੋਵਾਂ ਹਾਲਤਾਂ ਕਰਕੇ ਵਿਦਮਾਨ ਹੈ। ਕਿ ਜੇ ਤੇਰੇ ਅੰਦਰੂਨੀ ਹਿਰਦੇ 'ਚੋਂ ਅਰਦਾਸ ਪੈਦਾ ਹੋਏਗੀ ਤੇ ਵਿਆਪਕ ਰੂਪ ਕਰਕੇ ਜਿਹੜਾ ਸਾਰੇ ਪਾਸੇ ਪਰਮੇਸ਼ਰ ਪਸਰਿਆ ਹੈ ਉਹ ਤੇਰੀ ਮਦਦਗਾਰ ਵੀ ਸਾਬਤ ਵੀ ਹੋਏਗਾ। ਪਰਮੇਸ਼ਰ ਹੈ ਪੂਰਨ ਪਰਮੇਸ਼ਰ ਪਰਮ ਹਸਤੀ ਹੈ, ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਾਰਾਇਣ। ਤਾਂ ਹੁਣ ਗੁਰੂ ਅਰਜਨ ਦੇਵ ਸਾਹਿਬ ਦੀ ਅੰਤਮ ਪੰਕਤੀ ਵਿੱਚ ਬੇਨਤੀ ਕਰਦੇ ਹਨ, ਜਾ ਚੰਤ ਹੇ ਅਕਾਲ ਪੁਰਖ ਪਰਿਪੂਰਨ ਪਰਮਿ ਪ੍ਰੀਤਮ, ਆਪ ਜੀ ਦੇ ਸਨਮੁਖ ਜਾ ਚੰਤ, ਭਾਵ ਸਾਡੀ ਬੇਨਤੀ ਹੈ, ਸਾਡੀ ਬਿਨੈ ਹੈ। ਨਾਨਕ ਕਿਰਪਾਲ ਕਿਰਪਾ ਕਰਕੇ, ਦਇਆ ਰੂਪ ਤਰਸ ਬਖਸ਼ਿਸ਼ ਕਰਕੇ, ਪ੍ਰਸਾਦੰ ਐਸੀ ਸਾਨੂੰ ਕਿਰਪਾ ਬਖਸ਼ਿਸ਼ ਕਰੋ, ਨਹਿ ਬਿਸਰੰਤ ਕਦੀ ਵੀ ਜੀਵਨ ਦੇ ਵਿੱਚ। ਹੁਣ ਉਪਰੋਕਤ ਸਾਰੇ ਸ਼ਲੋਕ 'ਚ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਭਾਵ ਦ੍ਰਿੜ ਕਰਵਾਏ ਹਨ। ਅਤਰੰਗ ਸਾਰਿਆਂ ਦਾ ਆਧਾਰ ਹੈ, ਨਿਰਧਨਾਂ ਨੂੰ ਧਨ ਦੇਣ ਵਾਲਾ ਹੈ, ਤਾਂ ਇਸੇ ਪ੍ਰਕਾਰ ਬਲਹੀਣਾਂ ਦਾ ਬਲ ਹੈ, ਭਗਤਾਂ ਦਾ ਵਛਲ ਹੈ, ਬਿਰਧ ਲਾਜ ਰੱਖਣ ਵਾਲਾ ਹੈ। ਇਹ ਸਾਰੇ ਗੁਣ ਗੁਰੂ ਸਾਹਿਬ ਜੀ ਨੇ ਸਾਨੂੰ ਦ੍ਰਿੜ ਕਰਵਾ ਕੇ ਤੇ ਫਿਰ ਅਰਦਾਸ ਕਰਦੇ ਹਨ, ਨਹਿ ਬਿਸਰੰਤ ਕਦੀ ਵੀ ਇਹਨਾਂ ਗੁਣ ਸਰੂਪ ਵਾਲੇ ਪਰਮੇਸ਼ਰ ਦੀ ਹਸਤੀ ਨਹਿ ਬਿਸਰੰਤ ਕਦੀ ਨਾ ਵਿਸਰੇ। ਫਿਰ ਸ਼ਬਦ ਵਰਤਦੇ ਹਨ, ਨਹਿ ਬਿਸਰੰਤ ਭੁੱਲ ਕੇ ਵੀ ਨਾ ਵਿਸਰੇ। ਜਿਵੇਂ ਕਈ ਵਾਰੀ ਕੁਝ ਭਾਵਨਾ ਵਾਲੇ ਲੋਕ ਇਸ ਤਰ੍ਹਾਂ ਦੇ ਵਾਕ ਆਖਦੇ ਹਨ ਕਿ ਮਾਲਕ ਅਸੀਂ ਤਾਂ ਭੁੱਲ ਜਾਣਾ, ਕਿਤੇ ਤੂੰ ਨਾ ਭੁਲਾ ਦੇਵੀਂ। ਇਸ ਤਰ੍ਹਾਂ ਦੇ ਉਹ ਭਾਵਨਾਮਈ ਵਾਕ ਆਖਦੇ ਹਨ। ਤਾਂ ਗੁਰੂ ਸਾਹਿਬ ਜੀ 2 ਵਾਰੀ ਸ਼ਬਦ ਆਖਦੇ ਹਨ, ਨਹਿ ਬਿਸਰੰਤ, ਭਾਵ ਕਿ ਮਾਲਕ ਤੇਰੀ ਇਸ ਜਗਤ ਰੂਪ ਰਚਨਾ ਕਿਰਪਾ ਦੇ ਵਿੱਚ ਵਿਚਰਦਿਆਂ ਕੋਈ ਵੀ ਪਲ ਐਸਾ ਨਾ ਹੋਵੇ ਕਿ ਇੱਕਦਮ ਤੇਰੀ ਹਸਤੀ ਦੀ ਯਾਦ, ਤੇਰੇ ਕਿਰਪਾ ਰੂਪ ਦਾ ਅਹਿਸਾਸ ਮੇਰੇ ਮਨ ਅੰਦਰੋਂ ਵਿਸਰ ਜਾਏ। ਇਸੇ ਕਰਕੇ ਗੁਰਬਾਣੀ ਦੇ ਵਿੱਚ ਭਗਤ ਸਾਹਿਬਾਨਾਂ ਨੇ ਅਰਦਾਸ ਕਰੀ ਨਾ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ, ਤੂੰ ਨਾ ਵਿਸਾਰੇ ਰਾਮਈਆ। ਕੋਈ ਨਾ, ਦੁਨੀਆ ਬੜਾ ਕੁਝ ਮਨੁੱਖ ਨੂੰ ਆਖਦੀ ਹੈ, ਭਗਤ ਨਾਮਦੇਵ ਜੀ ਕਹਿੰਦੇ, ਪਰ ਮਾਲਕ ਜੇ ਤੂੰ ਨਾ ਵਿਸਾਰੇ ਤਾਂ ਇਸ ਦੁਨੀਆ ਦੇ ਮੈਨੂੰ ਰੱਦ ਕਰਨ ਦੀ ਜਾਂ ਇਨਕਾਰ ਕਰਨ ਦੀ ਜਾਂ ਮੇਰਾ ਤਿਰਸਕਾਰ ਕਰਨ ਦੀ ਕੋਈ ਪਰਵਾਹ ਨਹੀਂ ਹੈ, ਕਿਉਂਕਿ ਕੇਵਲ ਤੇਰਾ ਵਿਸਾਰਿਆ ਜਾਣਾ ਸਭ ਤੋਂ ਵੱਡਾ ਦੁਖਦਾਈ ਹੈ। ਤਾਂ ਕਰਕੇ ਗੁਰਬਾਣੀ ਜੀ ਦੇ ਵਿੱਚ ਵਾਕ ਹੈ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜੇ ਗੁਰਬਾਣੀ 'ਚ ਵਾਕ ਹੈ, ਜਿਸ ਬਿਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੇਤ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਹਿ ਬਿਸਰੰਤ, ਮਾਲਕ ਕਦੀ ਵੀ ਤੇਰੀ ਯਾਦ ਸਾਡੇ ਹਿਰਦੇ ਅੰਦਰੋਂ ਨਾ ਵਿਸਰੇ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ। ਤਾਂ ਹੁਣ ਸਤਿਗੁਰੂ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਉਸ ਅਕਾਲ ਪੁਰਖ ਦੀ ਹਸਤੀ ਦਾ ਭਾਵ ਦ੍ਰਿੜ ਕਰ ਲਿਆ ਹੈ ਤੇ ਉਹਦੇ ਸਨਮੁਖ ਖੜਨਾ ਕਿਵੇਂ ਹੈ। ਉਹਦੇ ਸਨਮੁਖ ਜਦੋਂ ਅਰਦਾਸ ਕਰਨੀ ਹੈ ਤਾਂ ਹਿਰਦੇ ਦੀ ਭਾਵਨਾ, ਸ਼ਬਦ ਕਿਹੋ ਜਿਹੇ ਹੋਣੇ ਚਾਹੀਦੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਹਿ ਸਮਰਥੰ, ਭਾਵੇਂ ਜੀਵਨ ਦੇ ਵਿੱਚ ਬੜੀਆਂ ਸਮਰੱਥਾਵਾਂ ਹੋਣ, ਬੜੇ ਬਲ ਹੋਣ, ਤਾਂ ਵੀ ਜਾਣੋ ਕਿ ਮਾਲਕ ਸਾਡੀ ਕੋਈ ਸਮਰੱਥਾ ਨਹੀਂ ਹੈ। ਨਹਿ ਸੇਵਕੰ, ਨਾ ਹੀ ਸਾਡੀ ਕੋਈ ਬਹੁਤੀ ਵੱਡੀ ਸੇਵਾ ਹੈ। ਕਈ ਵਾਰੀ ਦੇਖਣ 'ਚ ਆਉਂਦਾ ਥੋੜ੍ਹੀ ਬਹੁਤੀ ਸੇਵਾ ਕੀਤੀ ਹੁੰਦੀ ਹੈ, ਬਾਰ-ਬਾਰ ਮਨੁੱਖ ਜਤਾਉਂਦਾ ਹੈ। ਮੈਨੂੰ ਕਈ ਮਹਾਂਪੁਰਖਾਂ ਦੇ ਵਚਨ ਯਾਦ ਆਉਂਦੇ ਹਨ, ਤਾਂ ਉਹ ਆਖਦੇ ਹਨ ਕਿ ਜਿਹੜੀ ਭਗਤੀ ਹੈ ਉਹ ਸ਼ਾਹੂਕਾਰਾਂ ਵਾਂਗ ਕਰਨੀ ਚਾਹੀਦੀ ਹੈ। ਤਾਂ ਮੈਂ ਕਰੀ ਪੁੱਛਿਆ ਜੀ ਸ਼ਾਹੂਕਾਰਾਂ ਵਾਂਗ ਕਿਵੇਂ? ਤਾਂ ਉਹ ਕਹਿਣ ਲੱਗੇ ਸ਼ਾਹੂਕਾਰ ਦੇ ਕੋਲ ਨਾ ਭਾਵੇਂ 50 ਕਿਲੋ ਸੋਨਾ ਹੋਵੇ, ਉਹ ਕਦੀ ਆਪਣੇ ਘਰ ਦੀ ਦਹਲੀਜ਼ ਦੇ ਵਿੱਚ ਨਹੀਂ ਰੱਖਦਾ। ਉਹ ਘਰ ਦੇ ਸਭ ਤੋਂ ਪਿਛਲੇ ਕਮਰੇ 'ਚ ਇੱਕ ਸਪੈਸ਼ਲ ਤਿਜੋਰੀ ਬਣਾਈ ਹੁੰਦੀ ਹੈ, ਉਹਦੇ ਵਿੱਚ ਰੱਖਦਾ। ਕਹਿੰਦੇ ਭਗਤੀ ਦਾ ਭਾਵ ਹੈ ਜਿਤਨੀ ਨਿਤਨੇਮ ਦੀ, ਸਿਮਰਨ ਅਭਿਆਸ ਦੀ, ਸੇਵਾ ਦੀ, ਦਾਨ ਪੁੰਨ ਦੀ ਸਾਧਨਾ ਕੀਤੀ ਹੈ, ਉਹਨੂੰ ਉਸ ਜਗ੍ਹਾ ਟਿਕਾ ਲਓ ਜਿੱਥੇ ਤੁਹਾਨੂੰ ਖੁਦ ਨੂੰ ਨਾ ਯਾਦ ਰਵੇ ਕਿਤਨੀ ਸਾਧਨਾ ਕੀਤੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਨਹਿ ਸਮਰਥੰ ਨਹਿ ਸੇਵਕੰ, ਨਾ ਸਤਿਗੁਰੂ ਸਾਡੀ ਕੋਈ ਸਮਰੱਥਾ ਹੈ, ਭਾਵ ਕਿ ਅਸੀਂ ਆਪਣਾ ਯਤਨ ਕਰਕੇ ਤੇਰੀ ਬਾਣੀ ਪੜ੍ਹ ਵਾਚ ਸੁਣ ਸਕੀਏ। ਨਹਿ ਸੇਵਕ, ਨਾ ਹੀ ਸਾਡੇ ਜੀਵਨ 'ਚ ਐਡੀ ਵੱਡੀ ਸੇਵਾ ਹੈ। ਨਹਿ ਪ੍ਰੀਤ, ਨਾ ਹੀ ਕੋਈ ਪ੍ਰੀਤ ਹੈ। ਹੁਣ ਪ੍ਰੀਤ ਦੀ ਗੱਲ ਚੱਲ ਪਈ ਹੈ ਤਾਂ ਨੁਕਤਾ ਬੜਾ ਬਾਰੀਕ ਹੋ ਸਕਦਾ, ਪਰ ਸਮੇਂ ਦੀ ਸੀਮਾ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਹਿ ਪ੍ਰੀਤ, ਕੋਈ ਇਤਨਾ ਚਾਅ ਵੀ ਨਹੀਂ ਹੈ। ਕੱਲ੍ਹ ਸ਼ਾਮ ਦੇ ਸਮੇਂ ਆਪ ਜੀ ਦੇ ਨਾਲ ਇੱਕ ਬੇਨਤੀ ਕੀਤੀ ਸੀ ਕਿ ਪ੍ਰੀਤ ਵਾਲਿਆਂ ਦੀ ਗੱਲ ਕੀ ਹੁੰਦੀ ਹੈ।
ਤਾਂ ਕਰਤਾਰਪੁਰ ਸਾਹਿਬ ਦੀ ਮਰਜ਼ਾਦਾ ਦੀ ਗੱਲ ਚੱਲੀ ਸੀ ਕਿ ਉੱਥੇ ਪਹਿਲਾਂ ਸਿੱਖ ਸੰਗਤਾਂ ਜੁੜ ਕੇ ਸ਼ਬਦ ਦੀ ਆਰਾਧਨਾ ਕਰਦੀਆਂ ਸਨ। ਜਦੋਂ ਸੰਗਤਾਂ ਪੂਰੀ ਤਰ੍ਹਾਂ ਸ਼ਬਦ ਦੀ ਗੁੰਜਾਰ ਪਾ ਦਿੰਦੀਆਂ ਸਨ ਤਾਂ ਉਦੋਂ ਗੁਰੂ ਸਾਹਿਬ ਜੀ ਬੜੇ ਫਿਰ ਦਰਸ਼ਨ ਦੇਣ ਸੰਗਤ ਵਿੱਚ ਆਉਂਦੇ ਸਨ। ਕਿ ਮਤਲਬ ਸੰਗਤ ਜਿਹਦੇ ਨਾਲ ਪ੍ਰੀਤ ਆ ਉਹ ਪਹਿਲਾਂ ਜਾ ਕੇ ਬੈਠਦਾ ਉੱਥੇ। ਇਹ ਨਹੀਂ ਕਿ ਉਹ ਸਮੇਂ ਦੀ ਸੀਮਾ ਨੂੰ ਵਾਜਦਾ ਰਹਿੰਦਾ ਕਿ ਇੰਨੇ ਕੁ ਵਜੇ ਜਾਵਾਂਗੇ, ਇਤਨੇ ਕੁ ਸਮੇਂ ਭੋਗ ਪੈ ਜਾਣਾ। ਪ੍ਰੀਤ ਵਾਲੇ ਪਹਿਲਾਂ ਜਾ ਕੇ ਬੈਠਦੇ ਹਨ। ਅਤੇ ਹੁਣ ਇਹ ਥੋੜ੍ਹਾ ਹੁਣ ਕੋਈ ਕਹੇਗਾ ਜੀ ਮੈਂ ਤਾਂ ਚਲੋ ਲੇਟ ਆਉਣਾ, ਕੀ ਮੇਰੀ ਪ੍ਰੀਤ 'ਚ ਫਰਕ ਪੈ ਗਿਆ। ਇਹ ਨਹੀਂ, ਜੇ ਹੋਵੇਗੀ ਤਾਂ ਕਹਿਣ ਮਾਤਰ ਦੀ ਲੋੜ ਹੀ ਨਹੀਂ ਪਏਗੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾ ਪ੍ਰੀਤ, ਨਾ ਹੀ ਸਾਡੀ ਕੋਈ ਬਹੁਤੀ ਵੱਡੀ ਪ੍ਰੀਤ ਹੈ। ਪਰਮ ਪੁਰਖੋਤਮੰ, ਹੇ ਅਕਾਲ ਪੁਰਖ ਨਰਾਂ ਦੇ ਵਿੱਚ ਉੱਤਮ ਪਰਮੇਸ਼ਰ, ਤਵ ਪ੍ਰਸਾਦ ਸਿਮਰਤੇ ਨਾਮੰ, ਨਾਨਕ ਕਿਰਪਾਲ ਹਰ ਹਰ ਗੁਰੰ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਾਲਕ ਜੇ ਸਤ ਸੰਗਤ ਵਿੱਚ ਆ ਕੇ ਬੈਠ ਗਏ ਹਾਂ, ਇਹ ਤੇਰੀ ਕਿਰਪਾ ਸਦਕਾ। ਤਾਂ ਕਰਕੇ ਗੁਰਬਾਣੀ 'ਚ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਫਰਮਾਇਆ, ਤੂੰ ਚਿਤ ਆਵਹਿ ਤੇਰੀ ਮਾਇਆ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਜਾਂ ਗੁਰਬਾਣੀ ਸਾਹਿਬ ਸਤਿਗੁਰੂ ਸਾਹਿਬ ਜੀ ਦਾ ਪਾਵਨ ਵਾਕ ਹੈ, ਅੰਮ੍ਰਿਤ ਵੇਲੇ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਿਤਨਾ ਨਿਖੁਟੈ ਨਾਹੀ। ਜਾਂ ਇਸ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਤਵ ਪ੍ਰਸਾਦ। ਇਸ ਕਰਕੇ ਜੀਵਨ ਦਾ ਜਿਤਨਾ ਵੀ ਕਰਮ ਜਾਣੋ ਉਸ ਨੂੰ ਧੰਨਵਾਦ ਰੂਪ ਦੇ ਵਿੱਚ ਜਾਣੋ ਕਿ ਸਾਡੀ ਕੋਈ ਸਮਰੱਥਾ ਨਹੀਂ। ਜੇ ਹੁਣ ਦੇਖੋ ਕਥਾ ਉੱਤਮ ਚੀਜ਼ ਹੈ, ਇਸ ਗੱਲ ਬਾਰੇ ਸਾਰਾ ਖੰਨਾ ਨਗਰ ਇਕੱਠਾ ਕਰ ਲਓ, 100 ਦਾ 100 ਮਨੁੱਖ ਹੀ ਕਹਿ ਦੇ ਕਥਾ ਬੜੀ ਉੱਤਮ ਚੀਜ਼ ਹੈ, ਪਰ 100 ਮਨੁੱਖ ਆਉਂਦਾ ਨਹੀਂ, ਕਿਉਂਕਿ ਆਪਣੇ ਯਤਨ ਕਰਕੇ ਨਹੀਂ ਆ ਸਕਦੇ। ਤਾਂ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਨਾ ਕਿ ਸਭ ਥੱਕੇ ਕਰਮ ਕਮਾਏ, ਕਿ ਜੇ ਕੇਵਲ ਆਪਣੇ ਕਰਮਾਂ ਕਰਕੇ ਤੇਰੀ ਨਾਲ ਕਿਰਪਾ ਦੇ ਨਾਲ ਮਿਲ ਸਕੀਏ ਤਾਂ ਫਿਰ ਵਿਛੜ ਕਿਉਂ ਰੋਵਨ, ਫਿਰ ਸੰਸਾਰ ਦੇ ਪ੍ਰਾਣੀ ਵਿਛੜ ਕੇ ਰੋਣ ਵਾਲਾ ਜੀਵਨ ਕਿਉਂ ਬਣਾਉਣ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾ ਸਾਡੀ ਕੋਈ ਸਮਰੱਥਾ ਹੈ, ਨਹਿ ਸੇਵਕੰ। ਹੁਣ ਕਈ ਵਾਰੀ ਦੇਖਿਆ ਮੈਂ ਬਹੁਤ ਜਗ੍ਹਾ ਐਸੇ ਕਿ ਬੜੀ ਬਿਰਧ ਉਮਰ ਦੇ ਸਤਸੰਗੀ ਅਖੰਡ ਚੌਂਕੜਾ ਲਾ ਕੇ ਬੈਠੇ ਰਹਿਣਗੇ। ਤਾਂ ਕਈ ਵਾਰੀ ਪੁੱਛਣਾ ਜੀ ਤੁਹਾਡਾ ਸਰੀਰ ਬੜਾ ਬਿਰਧ ਹੈ, ਇਤਨਾ ਸਮਾਂ ਕੈਦਾਂ ਬੈਠ ਲੈਂਦੇ ਹੋ। ਤਾਂ ਉਹ ਸਰਲ ਜਿਹਾ ਵਾਕ ਆਖਦੇ ਕਿ ਇਹ ਸਭ ਉਹਦੀ ਕਿਰਪਾ ਹੈ, ਜਿੰਨਾ ਚਿਰ ਉਹਨੇ ਬਿਠਾਉਣਾ ਉਹ ਬਿਠਾ ਹੀ ਲੈਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਤਵ ਪ੍ਰਸਾਦ, ਨਾ ਸਤਿਗੁਰੂ ਸਾਡੀ ਕੋਈ ਸਮਰੱਥ ਹੈ, ਨਾ ਬਹੁਤ ਵੱਡੀ ਸੇਵਾ ਹੈ। ਭਾਵ ਕਿ ਜੇ ਨਿਤਨੇਮ ਬਾਣੀ ਦੀ ਸਾਧਨਾ ਕਰਦੇ ਹਾਂ ਇਹ ਤੇਰਾ ਕਰਮ ਹੈ। ਇੱਕ ਪ੍ਰੇਰਣਾਤਮਕ ਬੜੀ ਭਾਵਨਾਤਮਕ ਗਾਥਾ ਹੈ। ਕਹਿੰਦੇ ਕਿ ਕੋਈ ਰੱਬੀ ਜਾਤ ਦੇ ਵਿੱਚ ਜੁੜਿਆ ਬੰਦਾ ਰੋਜ਼ਾਨਾ ਅੱਲਾ ਅੱਲਾ ਉਚਾਰਿਆ ਕਰੇ ਔਰ ਸਾਰਾ ਦਿਨ ਆਪਣੀ ਜ਼ੁਬਾਨ ਤੋਂ ਬੜੇ ਪਿਆਰ ਦੇ ਨਾਲ ਬੜੀ ਮਿੱਠੀ ਆਵਾਜ਼ ਦੇ ਵਿੱਚ ਅੱਲਾ ਅੱਲਾ ਕਿਹਾ ਕਰੇ। ਤਾਂ ਆਖਰ ਬੜੇ ਸਾਲ ਬੀਤ ਗਏ। ਇੱਕ ਦਿਨ ਲਾਗੋ ਕੋਈ ਸ਼ੰਕਾਵਾਦੀ, ਕੋਈ ਵਿਰਾਸਤੋਂ ਵਿਹੂਣਾ, ਕੋਈ ਵਿਛੜੇ ਜੀਵਨ ਵਾਲਾ ਮਨੁੱਖ ਲੰਘਿਆ। ਤਾਂ ਕਹਿਣ ਲੱਗਾ ਇੰਨੇ ਸਾਲ ਹੋ ਗਏ ਤੈਨੂੰ ਅੱਲਾ ਅੱਲਾ ਕਹਿੰਦਿਆਂ ਨੂੰ, ਕਦੀ ਜਵਾਬ ਤਾਂ ਅੱਗੋਂ ਆਇਆ ਨਹੀਂ, ਤੇ ਤੂੰ ਅੱਲਾ ਅੱਲਾ ਕਹਿਣਾ ਛੱਡ ਦੇ। ਉਸ ਬੰਦੇ ਨੂੰ ਵੀ ਲੱਗਾ ਵਾਕਿਆ ਕਿ ਇਤਨੇ ਸਾਲ ਕਰਦੇ ਨੂੰ ਹੋ ਗਿਆ, ਕਦੀ ਨਿਰੰਕਾਰ ਦੀ ਤਰਫੋਂ ਜਵਾਬ ਤਾਂ ਆਇਆ ਨਹੀਂ, ਅੱਲਾਹ ਤਾਲਾ ਦੀ ਤਰਫੋਂ ਕਦੀ ਹੁੰਗਾਰਾ ਤਾਂ ਮਿਲਿਆ ਨਹੀਂ, ਛੱਡ ਬੈਠਾ ਅੱਲਾ ਅੱਲਾ ਕਹਿਣਾ। ਇੱਕ ਦਿਨ ਆਰਾਮ ਕਰ ਰਿਹਾ ਸੀ, ਮਨ ਦੇ ਅੰਦਰ ਸਫੁਰ ਹੋਇਆ ਖੁਰਨਾ। ਤਾਂ ਗੈਬ ਦੇ ਵਿੱਚੋਂ ਆਵਾਜ਼ ਪ੍ਰਗਟੀ ਹੋਈ, ਬੰਦਿਆ ਸਾਡਾ ਨਾਮ ਕਿਉਂ ਲੈਣਾ ਛੱਡ ਦਿੱਤਾ ਈ। ਉਹ ਕਹਿਣ ਲੱਗਾ ਅੱਲਾਹ ਤਾਲਾ ਮੈਂ ਤੁਹਾਨੂੰ ਇਤਨੇ ਸਾਲ ਰੋਜ਼ਾਨਾ ਹਰ ਪਲ ਯਾਦ ਕਰਦਾ ਰਿਹਾ, ਪਰ ਅੱਗੋਂ ਕਦੀ ਤੁਹਾਡਾ ਹੁੰਗਾਰਾ ਹੀ ਨਹੀਂ ਆਇਆ। ਇਸ ਕਰਕੇ ਮੈਂ ਕਿਹਾ ਜਦੋਂ ਹੁੰਗਾਰਾ ਨਹੀਂ ਆਇਆ ਤਾਂ ਫਿਰ ਵਾਰ-ਵਾਰ ਉਚਾਰਨ ਦਾ ਕੀ ਅਰਥ ਹੈ। ਅਤੇ ਅੱਗੋਂ ਅੱਲਾਹ ਤਾਲਾ ਦੇ ਵਚਨ ਗੈਬ ਦੀ ਆਵਾਜ਼ ਵਿੱਚੋਂ ਪ੍ਰਗਟ ਹੋਏ ਕਿ ਉਹ ਬੰਦਿਆ ਜੇ ਅਸੀਂ ਚਾਹੀਏ ਤਾਂ ਹੀ ਤਾਂ ਤੂੰ ਦੂਜੀ ਵਾਰੀ ਕਹਿ ਸਕਦਾ, ਨਹੀਂ ਤੇ ਤੇਰੀ ਕੀ ਔਕਾਤ ਹੈ ਕਿ ਤੂੰ ਦੂਜੀ ਵਾਰੀ ਸਾਡਾ ਨਾਮ ਲੈ ਸਕੇ। ਜਪਜੀ ਸਾਹਿਬ ਦੀ ਬਾਣੀ ਦਾ ਵਾਕ ਹੈ, ਇੱਕ ਦੂ ਜੀਵ ਬਹੁ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਕਦੀ ਗਿਣਤੀਆਂ ਮਿਣਤੀਆਂ 'ਚ ਨਹੀਂ ਪੈਣਾ ਚਾਹੀਦਾ। ਸਾਡੇ ਸਿੱਖ ਸਮਾਜ 'ਚ ਇੱਕ ਨਵੀਂ ਪ੍ਰਵਿਰਤੀ ਚੱਲ ਪਈ ਹੈ ਕਿ ਹਰ ਗੱਲ ਨੂੰ ਗਿਣਤੀ ਦੇ ਤਹਿਤ ਕਰਦੇ ਨੇ। ਇਹ ਨੁਕਤਾ ਸ਼ੁਰੂ 'ਚ ਠੀਕ ਹੁੰਦਾ ਹੈ, ਪਰ ਸਾਰੀ ਜ਼ਿੰਦਗੀ ਜੇ ਦ੍ਰਿੜ ਰਵੇ ਨੇਮ ਪਰਪੱਕ ਕਰਨ ਦੇ ਲਈ ਤਾਂ ਇਹ ਵਧੀਆ ਹੈ। ਪਰ ਜੇ ਸਾਰੀ ਜ਼ਿੰਦਗੀ ਗਿਣਤੀ ਮਿਣਤੀ ਬਣੀ ਰਹੇ, ਗੁਰਬਾਣੀ 'ਚ ਵਾਕ ਹੈ ਆਸ਼ ਕਹੇ ਨਾ ਆਖੀਏ, ਜੇ ਲੇਖੈ ਵਰਤੈ ਸੋਏ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਤਵ ਪ੍ਰਸਾਦ ਸਿਮਰਤੇ ਨਾਮੰ, ਨਾਨਕ ਕਿਰਪਾਲ ਹਰ ਹਰ ਗੁਰੰ। ਮੈਂ ਅੱਗੇ ਵੀ ਕਈ ਵਾਰੀ ਆਪ ਜੀ ਦੇ ਨਾਲ ਬੇਨਤੀ ਸਾਂਝੀ ਕੀਤੀ ਹੈ ਕਿ ਜਦੋਂ ਮੱਥਾ ਟੇਕੋ ਤਾਂ ਵੀ ਧੰਨਵਾਦ ਕਰੋ ਕਿ ਸ਼ੁਕਰ ਅੱਜ ਦਾ ਦਿਨ ਚੜ੍ਹਿਆ ਅਤੇ ਅੱਜ ਦੇ ਦਿਨ ਵਿੱਚ ਮਹਾਰਾਜ ਤੇਰੇ ਦੁਆਰ ਤੱਕ ਆ ਸਕੇ ਤੇਰੀ ਕਿਰਪਾ ਸਦਕਾ। ਜਦੋਂ ਜਾਣ ਲੱਗੋ ਤਾਂ ਵੀ ਇੱਕ ਧੰਨਵਾਦ ਕਰਕੇ ਜਾਓ ਕਿ ਸਤਿਗੁਰੂ ਜਾਣ ਲੱਗਿਆ ਇਤਨਾ ਕੁਝ ਆਤਮ ਉਪਦੇਸ਼ ਦੇ ਵਿੱਚ ਬਾਣੀ ਦੇ ਅੰਮ੍ਰਿਤ ਉਪਦੇਸ਼ ਸਾਡੀ ਝੋਲੀ ਵਿੱਚ ਪਾਇਆ, ਕਿਰਪਾ ਕਰਕੇ ਰੱਖਣਾ ਕਿ ਸਾਡਾ ਸੰਦੀਵੀ ਸ਼ਿੰਗਾਰ ਬਣ ਜਾਵੇ। ਗੁਰੂ ਸਾਹਿਬ ਜੀ ਕਹਿੰਦੇ ਨਾਨਕ ਕਿਰਪਾਲ ਹਰ ਹਰ ਗੁਰੰ, ਜਿਨ੍ਹਾਂ ਦੇ ਉੱਪਰ ਸਤਿਗੁਰੂ ਪ੍ਰਸੰਨ ਹੁੰਦੇ ਹਨ
ਉਹੀ ਸਤਿਗੁਰੂ ਕੀ ਕਿਰਪਾ ਮਿਹਰਾਮਤ ਨੂੰ ਮਾਣਦੇ ਹਨ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਬਖਸ਼ਿਸ਼ ਕਰਨ। ਪਾਵਨ ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਵਿਆਖਿਆ ਦਾ ਯਤਨ ਆਪ ਜੀ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।